गुरु नानक अंगद गुरु अमरदास पद बंद। रामदास अर्जुन गुरु बर श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुर नमो चरण अरविंद। जिसमें है अमृत ज्ञान है माणक भगत वैराग। श्री गुरु ग्रंथ साहिब उदद बंदों कर अनुराग। श्री गुर शब्द कमाई जिन जीते पंच विकार। तिन संतन को बंदना सिर चारणन पर तार। कहाँ बुद्ध प्रभु तुच्छ हमारी वर्ण सकह महिमा जो तिहारी। हम ना सकत कर सिफत तुम्हारी आप ले हो तुम कथा सुधारी। सो कहो टल गुर सेविया अहनिस सहज सुभाए। दर्शन परसया गुरु कै जन्म मरण दुख जाए। सतनाम श्री वाहिगुरु साहिब जी दोहरा। घोड़ी चढ़ना खतरे का विपर चढ़े जो बैल। ओढ़ चढ़े संयस्त जो नारी पुरखन भेल। दोहरा घोड़ी चढ़ना खतरे का विपर चढ़े जो बैल। वाहिगुरु जी का खालसा वाहिगुरु जी की फतेह। जुगो जुग अटल गुरता गति ते सुभाएमान अंतरयामी करुणा निधान सतगुरु। जुगो जुग अटल धन धन साहिब श्री गुरु ग्रंथ साहिब जी महाराज सच्चे पातशाह जी दी अपार किरपा रहमत सदका हजूर दे गोद विच बैठ के संध्या दे समय गुरुद्वारा शहीद बाबा निहाल सिंह जी नगर तलन विखे गुरु की बाणी दा रस भिन्ना कीर्तन रहरास साहिब दे पाठ उपरंत सतगुरां दे अस्थान ते चल रही श्री गुर प्रताप सूरज ग्रंथ दी लड़ीवार इतिहासक कथा दा आनंद मानण दा सुभाग संगत रूप विच गुरु की साजी नवाजी साध संगत नूं आपां नूं सबनां नूं मिल के प्राप्त हो रहा है। आओ गुरु प्यारिओ सतगुरु जी दे चरनां विच मन बिरतियां नूं एकागर करके सतगुरां दे सोहणे सुंदर इतिहास जो चूड़ामण कवि भाई साहब भाई संतोख सिंह जी ने सुंदर छंदाबंदी विच लिखती रूप विच खालसा पंथ नूं ये भेंट कीते हन बख्शिश कीते हन। सो उस महान इतिहासक ग्रंथ दे विचों पवित्र लड़ीवार कथा दशमेश पिता श्री गुरु गोबिंद सिंह साहब जी महाराज सच्चे पातशाह जी दे जीवन दी आपां सरवण करते आ रहे हाँ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਦੋ ਸਿੱਖ ਭਰਾ ਹਨ ਜਿਹੜੇ ਸਕੇ ਤੇ ਬੜੇ ਪੜ੍ਹੇ ਲਿਖੇ ਹੈ। ਸਖੀ ਸਰਵਰ ਸੁਲਤਾਨ ਦੀ ਪੂਜਾ ਛੱਡ ਕੇ, ਲਾਲਾਂ ਵਾਲੇ ਦੀ ਪੂਜਾ ਛੱਡ ਕੇ ਗੁਰੂ ਕੇ ਸਿੱਖ ਬਣੇ ਹਨ, ਸਿੰਘ ਸਜੇ ਹਨ ਅੰਮ੍ਰਿਤ ਛਕ ਕੇ। ਉਹਨਾਂ ਨੇ ਸਵਾਲ ਕੀਤਾ ਕਿ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਕਿਰਪਾ ਕਰਕੇ ਦੱਸੋ ਕਿ ਜਿਹੜਾ ਤੰਬਾਕੂ ਹੈ ਇਹਨੂੰ ਆਪ ਜੀ ਨੇ ਬੱਜਰ ਕ੍ਰਹਿਤਾਂ ਦੇ ਵਿੱਚ ਵੀ ਸ਼ਾਮਲ ਕੀਤਾ ਹੈ ਤੇ ਹੋਰ ਧਰਮ ਗ੍ਰੰਥ ਵੀ ਕਹਿੰਦੇ ਹਨ ਤੇ ਆਪ ਜੀ ਵੀ ਵਿਸ਼ੇਸ਼ ਕਰਕੇ ਵਰਜਦੇ ਹੋ ਕਿ ਇਹ ਤੰਬਾਕੂ ਨੂੰ ਹੱਥ ਨਹੀਂ ਲਾਉਣਾ ਚਾਹੀਦਾ, ਵਰਤਣਾ ਤਾਂ ਗੁਰੂ ਕੇ ਸਿੱਖ ਵਾਸਤੇ ਬਹੁਤ ਦੂਰ ਦੀ ਗੱਲ ਹੈ। ਐਸਾ ਕਿਉਂ ਹੈ? ਇਹ ਤੰਬਾਕੂ ਵਰਤਣ ਦੀ ਰੀਤੀ ਸੰਸਾਰ ਵਿੱਚ ਆਰੰਭ ਕਦੋਂ ਹੋਈ? ਸਾਡੇ ਦੇਸ਼ ਵਿੱਚ ਕੌਣ ਇਹ ਤੰਬਾਕੂ ਨੂੰ ਲੈ ਕੇ ਆਇਆ? ਇਤਿਆਦਿਕ ਸਵਾਲ ਕਲਗੀਧਰ ਪਾਤਸ਼ਾਹ ਜੀ ਨੂੰ ਜਿਸ ਵੇਲੇ ਕੀਤੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਇੱਕ ਪੌਰਾਣਿਕ ਕਥਾ ਸੁਣਾਈ, ਜਿਸ ਵਿੱਚ ਸ਼ਿਵ ਜੀ ਭਗਵਾਨ ਦੇ ਪੁੱਤਰ ਸਕੰਦ ਨੇ ਵੀ ਇਹੀ ਸਵਾਲ ਕੀਤੇ ਸਨ ਤੇ ਭਗਵਾਨ ਸ਼ਿਵ ਨੇ ਜਥਾ ਸ਼ਕਤ ਉੱਤਰ ਦੇ ਕੇ ਆਪਣੇ ਪੁੱਤਰ ਦੀ ਤਸੱਲੀ ਕਰਵਾਈ ਸੀ। ਸੋ ਭਗਵਾਨ ਸ਼ਿਵ ਜੀ ਨੇ ਜੋ ਕਥਾ ਆਪਣੇ ਪੁੱਤਰ ਸਕੰਦ ਨੂੰ ਸੁਣਾਈ, ਉਹੀ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਸ਼ਮੇਸ਼ ਪਿਤਾ ਜੀ ਆਪਣੇ ਸਿੱਖ ਪੁੱਤਰਾਂ ਨੂੰ ਸੁਣਾ ਰਹੇ ਹਨ। ਸੋ ਕਥਾ ਦੇ ਵਿੱਚ ਇਹ ਵਰਣਨ ਕੀਤਾ ਗਿਆ ਕਿ ਇੱਕ ਰਾਜਾ ਸੀ ਜਿਹਦਾ ਨਾਮ ਨੇਮਨਾਥ ਸੀ। ਉਹਦੀ ਪ੍ਰਜਾ ਉਸ ਤੋਂ ਬਹੁਤ ਜ਼ਿਆਦਾ ਦੁਖੀ ਹੋਈ। ਉਸ ਪ੍ਰਜਾ ਨੇ ਦੁਖੀ ਹੋ ਕੇ ਇੱਕ ਇਸਲਾਮੀ ਪੀਰ ਦੀ ਸ਼ਰਨ ਜਾਣਾ ਕੀਤਾ ਤੇ ਉਸ ਇਸਲਾਮੀ ਪੀਰ ਨੇ ਬੁਰਕਾਨ ਨਾਮੇ ਰਾਜੇ ਦੇ ਕੋਲ ਇਹਨਾਂ ਨੂੰ ਫਰਿਆਦੀ ਹੋਣ ਦੇ ਲਈ ਭੇਜਿਆ। ਬੁਰਕਾਨ ਦਾ ਪੁੱਤਰ ਅਜਮੇਰ ਸ਼ਾਹ ਸੀ ਉਹਦਾ ਰਾਜਕੁਮਾਰ। ਉਸ ਦੀ ਡਿਊਟੀ ਲਾ ਦਿੱਤੀ ਰਾਜੇ ਨੇ ਕਿ ਇਹਨਾਂ ਪ੍ਰਜਾ ਦੇ ਲੋਕਾਂ ਦੇ ਨਾਲ ਜਾਵੋ ਤੇ ਇਹਨਾਂ ਦੀ ਵਿਪਤਾ, ਇਹਨਾਂ ਦੀ ਮੁਸੀਬਤ ਦੂਰ ਕਰਨ ਵਿੱਚ ਸਹਾਇਤਾ ਕਰੋ। ਸੋ ਉਹ ਜਿਹੜਾ ਅਜਮੇਰ ਸ਼ਾਹ ਰਾਜਕੁਮਾਰ ਸੀ, ਉਹ ਪੁਸ਼ਕਰ ਦੀ ਧਰਤੀ, ਭਾਰਤ ਦੀ ਧਰਤੀ ਦੇ ਉੱਤੇ ਆ ਗਿਆ ਤੇ ਇੱਥੇ ਪੀਰ ਦੇ ਦੱਸੇ ਮੁਤਾਬਕ ਉਹ ਇੱਕ ਪੀਰ ਦੀ ਭਾਲ ਕਰਨ ਲੱਗ ਪਿਆ, ਇੱਕ ਤਪੱਸਵੀ ਦੀ ਭਾਲ ਕਰਨ ਲੱਗ ਪਿਆ, ਜਿਹੜਾ ਕਿ ਇਹਨੂੰ ਗਊਆਂ, ਭੇਡਾਂ, ਬੱਕਰੀਆਂ ਚਰਾਉਂਦਿਆਂ ਹੋਇਆਂ ਇੱਕ ਦਿਨ ਸ਼ਾਮ ਦੇ ਸਮੇਂ ਜੰਗਲ ਦੇ ਵਿੱਚ ਮਿਲ ਪਿਆ। ਜੰਗਲ ਦੇ ਵਿੱਚ ਜਾ ਕੇ ਉਸ ਤਪੱਸਵੀ ਦੇ ਕੋਲ ਫਰਿਆਦੀ ਹੋ ਕੇ ਅਜਮੇਰ ਸ਼ਾਹ ਕਹਿਣ ਲੱਗਾ ਕਿ ਤਪੱਸਵੀ ਜੀ, ਸੰਤ ਜੀ, ਆਪਣਾ ਜਲ ਵਾਲਾ ਪਾਤਰ ਬਰਤਨ ਮੈਨੂੰ ਦਿਓ, ਮੈਂ ਇਹਦੇ ਵਿੱਚ ਆਪਣੀਆਂ ਬੱਕਰੀਆਂ ਦਾ ਕੁਝ ਦੁੱਧ ਚੋ ਕੇ ਆਪ ਜੀ ਦੀ ਭੇਟਾ ਕਰਨਾ ਹੈ। ਸੋ ਪੀਰ ਜੀ ਦਾ ਭੇਜਿਆ ਹੋਇਆ ਇਹ ਅਜਮੇਰ ਸ਼ਾਹ ਉਹ ਸੰਤ ਜੀ ਨੂੰ, ਉਸ ਤਪੱਸਵੀ ਨੂੰ, ਬ੍ਰਾਹਮਣ ਨੂੰ, ਰਿਖੀ ਜੀ ਨੂੰ ਦੁੱਧ ਭੇਟ ਕਰਦਾ। ਉਹ ਪ੍ਰਸੰਨ ਹੋ ਕੇ ਕਹਿੰਦੇ ਹਨ ਕਿ ਮੰਗ ਲੈ ਜੋ ਮੰਗਣਾ ਹੈ। ਤੇ ਇਹਨੇ ਆਖਿਆ ਕਿ ਮੈਨੂੰ ਇਸ ਧਰਤੀ ਦਾ ਰਾਜ ਬਖਸ਼ ਦਿਓ, ਸਾਰੀ ਧਰਤੀ ਦੇ ਉੱਤੇ ਮੇਰੀ ਮਹਿਮਾ ਜਸ ਵਡਿਆਈ ਹੋਵੇ। ਮਹਾਂਪੁਰਖਾਂ ਨੇ ਤਥਾ ਅਸਤੂ ਕਿਹਾ ਕਿ ਐਸਾ ਹੀ ਹੋਵੇਗਾ। ਸੋ ਐਸਾ ਹੀ ਹੋਇਆ। ਇਹ ਤਪੱਸਿਆ ਕਰਨ ਲੱਗ ਪਿਆ। ਅਜਮੇਰ ਸ਼ਾਹ ਵੀ ਪੀਰ ਜੀ ਦੇ ਕੋਲ, ਸੰਤ ਜੀ ਦੇ ਕੋਲ ਬੈਠ ਕੇ ਜੰਗਲ ਦੇ ਵਿੱਚ ਇੱਕ ਦਿਨ ਤਪੱਸਿਆ ਕਰਦਿਆਂ ਨੂੰ ਇਹਨਾਂ ਨੂੰ ਆਵਾਜ਼ ਦਿੱਤੀ ਉਸ ਸੰਤ ਨੇ, ਉਸ ਰਿਖੀ ਨੇ, ਕਿ ਉਹ ਸਾਹਮਣੇ ਜਿਹੜੀ ਬੂਟੀ ਉੱਗੀ ਹੋਈ ਹੈ, ਇਹ ਬੂਟੀ ਇੱਥੇ ਗਊ ਮੇਧ ਜੱਗ ਹੋਇਆ ਸੀ ਜਿਹੜਾ ਸਫਲ ਨਾ ਹੋ ਸਕਿਆ। ਉਹ ਗਊ ਦੀ ਰੱਤ ਤੋਂ, ਗਊ ਦੇ ਖੂਨ ਤੋਂ ਇਹ ਬੂਟੀ ਪੈਦਾ ਹੋਈ ਹੈ। ਇਹਦਾ ਨਾਂ ਤੰਬਾਕੂ ਹੈ ਤੇ ਇਹ ਬੂਟੀ ਜਿਹੜੀ ਤੇਰੇ ਬਹੁਤ ਸਾਰੇ ਕਾਰਜ ਸਫਲੇ ਕਰੇਗੀ। ਉਸ ਤੋਂ ਬਾਅਦ ਇਹਨੇ ਊਠਾਂ ਦੇ ਉੱਤੇ ਲੱਦ ਕੇ ਇਹ ਬੂਟੀ ਬਹੁਤ ਭਾਰੀ ਮਾਤਰਾ ਵਿੱਚ ਲਿਆ ਕੇ
ਇਹਨੇ ਰਾਜ ਭਾਗ ਦਾ ਇਹ ਮਾਲਕ ਬਣ ਗਿਆ ਤੇ ਪਰਜਾ ਦੇ ਲੋਕਾਂ ਦੇ ਵਿੱਚ ਵੰਡਣੀ ਸ਼ੁਰੂ ਕਰ ਦਿੱਤੀ। ਸਾਰਿਆਂ ਨੂੰ ਤੰਬਾਕੂ ਪੀਣ ਲਾ ਦਿੱਤਾ। ਇਹਦਾ ਵਿਆਹ ਹੋਇਆ। ਇਹਦੇ ਘਰ ਵਿੱਚ ਇੱਕ ਬਹੁਤ ਸੁੰਦਰ ਕੰਨਿਆ ਪੁੱਤਰੀ ਪੈਦਾ ਹੋਈ, ਜਿਹਨੇ ਇੱਛਾ ਕੀਤੀ ਕਿ ਪਿਤਾ ਜੀ, ਮੈਂ ਆਪਣਾ ਵਰ, ਮੈਂ ਆਪਣਾ ਪਤੀ ਆਪਣੀ ਪਸੰਦ ਦਾ ਚੁਣਨਾ ਚਾਹਾਂਗੀ, ਜਿਹੜਾ ਬਹੁਤ ਤਪੱਸਵੀ ਹੋਵੇ, ਬਹੁਤ ਭਗਤੀ ਸ਼ਕਤੀ ਵਾਲਾ ਹੋਵੇ। ਇਹਨੇ ਬਹੁਤ ਚਿਰ ਭਾਲ ਟੋਲ ਕੀਤੀ। ਅੰਤ ਨੂੰ ਇਹਨੂੰ ਇੱਕ ਜੰਗਲ ਦੇ ਵਿੱਚ ਨੌਜਵਾਨ ਤਪੱਸਵੀ ਮਿਲਿਆ, ਜਿਹਦੇ ਨਾਲ ਇਹਨੇ ਆਪਣੀ ਰਾਜ ਸ਼ਕਤੀ ਦਾ ਬਲ ਵਰਤ ਕੇ ਵਿਆਹ ਕਰਾ ਲਿਆ, ਨਿਕਾਹ ਕਰਾ ਲਿਆ। ਇਹਨਾਂ ਦਾ ਨਿਕਾਹ ਤਾਂ ਹੋ ਗਿਆ, ਪਰ ਉਹ ਜਿਹੜਾ ਦਿਜ ਸੀ, ਤਪੱਸਵੀ ਸੀ ਨੌਜਵਾਨ, ਉਹ ਇਹਨੂੰ ਪਤਨੀ ਰੂਪ ਵਿੱਚ ਪ੍ਰਵਾਨ ਨਹੀਂ ਕਰਨਾ ਚਾਹੁੰਦਾ ਸੀ ਕਿ ਇਹ ਮੁਸਲਮਾਨ ਘਰ ਦਾ ਇਹਦਾ ਜਨਮ ਹੈ। ਜੇ ਮੈਂ ਇਹਨੂੰ ਪਤਨੀ ਰੂਪ ਵਿੱਚ ਅੰਗੀਕਾਰ ਕਰਦਾ ਹਾਂ ਤਾਂ ਮੇਰਾ ਧਰਮ ਭ੍ਰਿਸ਼ਟ ਹੋ ਜਾਵੇਗਾ। ਜ਼ਬਰਦਸਤੀ ਇਹਨੂੰ ਚੁੱਕ ਕੇ ਉਸ ਰਾਜਕੁਮਾਰੀ ਦੇ ਮਹਿਲ ਵਿੱਚ ਲੈ ਆਂਦਾ ਗਿਆ। ਦਿਨ ਨੂੰ ਇਹਨੂੰ ਬਾਹਰ ਤੁਰਨ ਫਿਰਨ ਲਈ ਛੱਡ ਦਿੰਦੇ ਆ, ਸ਼ਾਮ ਹੁੰਦੇ ਹੀ ਉਹ ਕਮਰੇ ਵਿੱਚ ਬੰਦ ਕਰ ਦਿੱਤਾ ਜਾਂਦਾ। ਰਾਜਕੁਮਾਰੀ ਨੇੜੇ ਪਹੁੰਚਦੀ ਹੈ, ਪਰ ਇਹ ਆਪਣੇ ਮੰਤਰਾਂ ਜੰਤਰਾਂ ਦੀਆਂ ਸ਼ਕਤੀਆਂ ਦੇ ਨਾਲ ਕੋਈ ਸ਼ਬਦ ਐਸਾ ਪੜ੍ਹਦਾ ਹੈ ਕਿ ਇਹਦੇ ਆਲੇ ਦੁਆਲੇ ਰਾਜਕੁਮਾਰੀ ਨੂੰ ਲੱਗਦਾ ਹੈ ਕਿ ਜਿਵੇਂ ਲੋਹੇ ਦਾ ਕਿਲ੍ਹਾ ਬਣ ਗਿਆ ਹੁੰਦਾ, ਲੋਹੇ ਦੀ ਕੰਧ ਬਣ ਗਈ ਹੁੰਦੀ ਹੈ, ਉਸ ਤੱਕ ਪਹੁੰਚ ਨਹੀਂ ਪਾਉਂਦੀ। ਜਦੋਂ ਇਹ ਸਮੱਸਿਆ ਕਈ ਦਿਨਾਂ ਤੱਕ ਚੱਲਦੀ ਰਹੀ ਤਾਂ ਇਹਨੇ ਆਪਣੇ ਪਿਤਾ ਜੀ ਕੋਲ ਗੱਲ ਕੀਤੀ। ਰਾਜਾ ਅਜਮੇਰ ਸ਼ਾਹ ਨੇ ਆਪਣੇ ਮੰਤਰੀਆਂ ਸਲਾਹਕਾਰਾਂ ਨਾਲ ਗੱਲ ਕੀਤੀ ਤੇ ਇਹਨਾਂ ਨੇ ਆਪਣੇ ਇੱਕ ਪੀਰ ਨੂੰ ਪੁੱਛਿਆ ਕਿ ਇਹਦਾ ਹੱਲ ਕੀ ਹੈ। ਨਿਕਾਹ ਹੋ ਗਿਆ ਹੈ, ਪਰ ਉਹ ਜਿਹੜਾ ਤਪੱਸਵੀ ਹੈ ਉਹ ਮੈਨੂੰ ਪਤਨੀ ਰੂਪ ਵਿੱਚ ਅੰਗੀਕਾਰ ਕਰਨ ਨੂੰ ਤਿਆਰ ਨਹੀਂ, ਤੇ ਪੀਰ ਜੀ ਤੁਸੀਂ ਕੋਈ ਹੱਲ ਦੱਸੋ। ਪੀਰ ਨੇ ਆਖਿਆ ਕਿ ਜੇਕਰ ਇਹਨਾਂ ਹਿੰਦੂਆਂ ਨੂੰ ਤੰਬਾਕੂ ਦਾ ਸੇਵਨ ਕਰਾ ਦਿੱਤਾ ਜਾਵੇ ਤਾਂ ਇਹਨਾਂ ਦੇ ਮੰਤਰ ਜੰਤਰ ਜਿਹੜੇ ਚੱਲਣੇ ਬੰਦ ਹੋ ਜਾਂਦੇ ਆ, ਅਸਰ ਨਹੀਂ ਰਹਿੰਦਾ, ਇਹਨਾਂ ਦੀ ਭਗਤੀ ਸ਼ਕਤੀ ਨਸ਼ਟ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਕੀਤਾ ਗਿਆ। ਪਰਜਾ ਦੇ ਵਿੱਚ, ਸਭਾ ਦੇ ਵਿੱਚ ਬਹੁਤ ਸਾਰੇ ਹੁੱਕੇ ਮੰਗਾਏ ਗਏ, ਸਾਰੇ ਪੀਣ ਲੱਗ ਪਏ ਤੇ ਇੱਕ ਵਿਸ਼ੇਸ਼ ਤੌਰ 'ਤੇ ਹੁੱਕਾ ਤਿਆਰ ਕੀਤਾ ਗਿਆ ਸੋਨੇ ਦਾ। ਉਹ ਇਸ ਬ੍ਰਾਹਮਣ ਦੇ ਤਪੱਸਵੀ ਦੇ ਅੱਗੇ ਰੱਖ ਦਿੱਤਾ ਗਿਆ। ਇਹਨੇ ਪੀਣ ਤੋਂ ਜਦੋਂ ਇਨਕਾਰ ਕੀਤਾ ਤਾਂ ਆਖਿਆ ਕਿ ਸਾਰੇ ਹੀ ਪੀਂਦੇ ਆ, ਇਹਦੇ ਵਿੱਚ ਮਾੜਾ ਕੀ ਹੈ। ਤਾਂ ਇਹਨਾਂ ਦੇ ਬਹੁਤਾ ਕਹਿਣ ਦੇ ਉੱਤੇ ਜਦੋਂ ਇਹਨੇ ਉਹ ਪੀ ਲਿਆ, ਰਾਤ ਨੂੰ ਉਸੇ ਤਰ੍ਹਾਂ ਕਮਰੇ ਦੇ ਵਿੱਚ ਰਾਜਕੁਮਾਰੀ ਦੇ ਮਹਿਲ ਦੇ ਵਿੱਚ ਇਹਨੂੰ ਲਿਜਾਇਆ ਗਿਆ। ਜਦੋਂ ਇਹਨੇ ਆਪਣੇ ਤਨ ਦੀ ਰੱਖਿਆ ਲਈ, ਆਪਣੇ ਧਰਮ ਦੀ ਰੱਖਿਆ ਦੇ ਲਈ ਮੰਤਰ ਪੜ੍ਹੇ, ਪਰ ਅੱਜ ਕੋਈ ਮੰਤਰ ਫੁਰਿਆ ਨਹੀਂ, ਕਿਉਂਕਿ ਤੰਬਾਕੂ ਕਰਕੇ ਇਹਦੀ ਭਗਤੀ ਨਾਸ਼ ਹੋ ਗਈ। ਸੋ ਇਹਨੂੰ ਮਜਬੂਰੀ ਬਸ ਰਾਜੇ ਅਜਮੇਰ ਸ਼ਾਹ ਦੀ ਲੜਕੀ ਨੂੰ, ਜਿਸ ਨਾਲ ਇਹਦਾ ਜ਼ਬਰਦਸਤੀ ਨਿਕਾਹ ਹੋਇਆ ਸੀ, ਪਤਨੀ ਰੂਪ ਵਿੱਚ ਸਵੀਕਾਰਨਾ ਪਿਆ, ਉਹਦੇ ਨਾਲ ਘਰ ਵਸਾਉਣਾ ਪਿਆ। ਇਹ ਕਥਾ ਸਤਿਗੁਰ ਸੱਚੇ ਪਾਤਸ਼ਾਹ ਨੇ ਸੁਣਾਈ ਤੇ ਸ਼ਿਵ ਭਗਵਾਨ ਨੇ ਵੀ ਜੋ ਆਪਣੇ ਪੁੱਤਰ ਸਕੰਦ ਨੂੰ ਕਥਾ ਸੁਣਾਈ ਸੀ। ਸੋ ਜਿਵੇਂ ਬਿਆਸ ਰਿਖੀ ਜੀ ਕਾਸ਼ੀ ਦੀ ਧਰਤੀ 'ਤੇ ਆਏ, ਪਹਿਲਾਂ ਉੱਥੋਂ ਜਦੋਂ ਵਿਦਿਆਰਥੀਆਂ ਨੂੰ, ਉੱਥੋਂ ਦੇ ਲੋਕਾਂ ਨੇ ਸੇਵਾ ਨਾ ਕੀਤੀ, ਮਗਹਰ ਦੀ ਧਰਤੀ ਦੇ ਉੱਤੇ ਲੈ ਗਏ ਤੇ ਮਗਹਰ ਦੀ ਧਰਤੀ ਦੇ ਉੱਤੇ ਉਹਨਾਂ ਨੇ ਬੜੇ ਵਰ ਦਿੱਤੇ, ਪਰ ਸ਼ਿਵ ਪੁੱਤਰਾਂ ਨੇ ਭੇਸ ਬਦਲ ਕੇ ਜਾ ਕੇ ਰਿਖੀ ਦੇ ਮੂੰਹੋਂ ਐਸਾ ਕਹਾ ਦਿੱਤਾ ਕਿ ਇਸ ਧਰਤੀ ਦੇ ਉੱਤੇ ਸਰੀਰ ਤਿਆਗਣ ਵਾਲਾ ਗਧਾ ਬਣੇਗਾ। ਕਹਿੰਦੇ ਜਿਵੇਂ ਉਹ ਮਗਹਰ ਦੀ ਧਰਤੀ ਸਰਾਪੀ ਹੋਈ ਹੈ, ਉਸੇ ਪ੍ਰਕਾਰ ਕਹਿੰਦੇ ਇਹ ਤੰਬਾਕੂ ਵੀ ਜਿਹੜਾ ਇਹ ਸਰਾਪਿਆ ਹੋਇਆ ਹੈ। ਜਿਹੜਾ ਇਸ ਬੂਟੀ ਦਾ ਸੇਵਨ ਕਰੇਗਾ ਸੋ ਉਹਦਾ ਧਰਮ ਭ੍ਰਿਸ਼ਟ ਹੋ ਜਾਏਗਾ। ਸਤਿਗੁਰੂ ਨੇ ਕਾਫੀ ਸਾਰੇ ਬਚਨ ਕਰਨ ਤੋਂ ਬਾਅਦ ਆਖਿਆ ਕਿ ਅਸੀਂ ਇਸ ਨੂੰ ਖਾਰਜ ਕਰ ਦਿੱਤਾ ਹੈ, ਵਿਸ਼ੇਸ਼ ਤੌਰ 'ਤੇ ਗੁਰੂ ਕੇ ਸਿੱਖਾਂ ਨੂੰ ਮਨ੍ਹਾ ਕਰ ਦਿੱਤਾ ਹੈ। ਕੁਝ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਐਸੇ ਵੀ ਬਚਨ ਕੀਤੇ ਜਿਹੜੇ ਹਮੇਸ਼ਾ ਸਾਨੂੰ ਚੇਤੇ ਰੱਖਣ ਯੋਗ ਹੈ। ਸੁਨੋ ਸਿੱਖ ਮਮ ਰਹਿਤ ਜੋ ਤਜੋ ਤੰਬਾਕੂ ਸੰਗ, ਮਰਨੀ ਮਰੇ ਤੋ ਅਤ ਭਲਾ, ਜਗਤ ਜੂਠ ਨਹਿ ਅੰਗ। ਸਿੱਖ ਮਰਦਾ ਮਰ ਜਾਵੇ ਪਰ ਜਗਤ ਜੂਠ ਤੰਬਾਕੂ ਨੂੰ ਨਾ ਛੂਹੇ ਕਦੇ ਵੀ, ਕਿਉਂਕਿ ਤਨਕ ਤੰਬਾਕੂ ਸੇਵੀਆ, ਦੇਵ ਪਿੱਤਰ ਤਜ ਜਾਏ, ਪਾਣੀ ਤਾ ਕੇ ਹਾਥ ਕਾ ਮਦਰਾ ਸਮ ਹੋਏ ਜਾਏ। ਤਨਕ ਮਾਤਰ ਵੀ, ਥੋੜ੍ਹਾ ਜਿਹਾ ਵੀ ਤੰਬਾਕੂ ਦਾ ਸੇਵਨ ਕਰਨ ਦੇ ਨਾਲ
ਦੇਵਤੇ ਤੇ ਜਿਹੜੇ ਵੱਡੇ ਵਡੇਰੇ ਪਿੱਤਰ ਹਨ ਉਹ ਛੱਡ ਜਾਂਦੇ ਹਨ, ਮਨੁੱਖ ਦਾ ਸਾਥ ਕੋਈ ਸਹਾਇਤਾ ਨਹੀਂ ਕਰਦੇ। ਤੇ ਤੰਬਾਕੂ ਵਰਤਣ ਵਾਲੇ ਦੇ ਹੱਥ ਦਾ ਪਾਣੀ ਪੀਣਾ ਵੀ ਸ਼ਰਾਬ ਪੀਣ ਦੇ ਤੁੱਲ ਹੈ, ਓਡਾ ਵੱਡਾ ਹੀ ਦੋਸ਼ ਲੱਗਦਾ ਹੈ। ਇਹ ਸਤਿਗੁਰ ਨੇ ਐਸੇ ਬਚਨ ਰਹਿਤ ਮਰਿਆਦਾ ਦੇ ਕੀਤੇ ਔਰ ਗੁਰਸਿੱਖਾਂ ਨੂੰ ਕਿਹਾ ਕਿ ਤੰਬਾਕੂ ਦੇ ਨੇੜੇ ਕੋਈ ਗੁਰੂ ਕਾ ਸਿੱਖ ਕਦੇ ਭੁੱਲ ਕੇ ਵੀ ਨਾ ਜਾਵੇ, ਸ਼ਰਾਬ ਦੇ ਨੇੜੇ ਨਾ ਜਾਵੇ, ਭੰਗ ਦੇ ਨੇੜੇ ਨਾ ਜਾਵੇ, ਕੋਈ ਨਿੰਦਿਆ ਚੁਗਲੀ ਇਤਿਆਦਿਕ ਔਗਣ ਵੀ ਗੁਰੂ ਕਾ ਸਿੱਖ ਆਪਣੇ ਵਿੱਚ ਨਾ ਰੱਖੇ। ਇੰਨੇ ਬਚਨ ਆਪਾਂ ਕੱਲ੍ਹ ਦੀ ਕਥਾ ਵਿੱਚ ਸਰਵਣ ਕੀਤੇ ਸਨ। ਉਸ ਤੋਂ ਅੱਗੇ ਸਤਿਗੁਰੂ ਜੀ ਜੋ ਹੋਰ ਨੀਤੀ ਦੇ ਵਚਨ ਰਹਿਤ ਮਰਿਆਦਾ ਦੇ ਵਚਨ ਗੁਰੂ ਕੇ ਸਿੱਖਾਂ ਨੂੰ ਦੱਸ ਰਹੇ ਹਨ, ਆਓ ਆਪਾਂ ਅੱਗੇ ਪਿਆਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਆਰਾ। ਘੋੜੀ ਚੜਨਾ ਖਤਰੇ ਕਾ ਮਿੱਤਰ ਚੜਾ ਜੋ ਬੈਲ। ਹਾਂ, ਕਹਿੰਦੇ ਖੱਤਰੀ ਹੋ ਕੇ, ਸੂਰਮਾ ਹੋ ਕੇ ਜਿਹੜਾ ਕਹਿੰਦੇ ਗਰਭਵਤੀ ਘੋੜੀ ਦੇ ਉੱਤੇ ਸਵਾਰੀ ਕਰਦਾ ਉਹ ਬਹੁਤ ਬੁਰੀ ਗੱਲ ਹੈ। ਔਰ ਘੋੜੀ ਚੜਨਾ ਖਤਰ ਕਾ, ਖੱਤਰੀਆਂ ਦੇ ਵਾਸਤੇ ਬੁਰੀ ਗੱਲ ਹੈ। ਜੇ ਉਹ ਘੋੜੀ ਦੀ ਸਵਾਰੀ ਕਰਦੇ ਆ ਉਹਨਾਂ ਨੂੰ ਹਮੇਸ਼ਾ ਘੋੜੇ ਉੱਤੇ ਚੜ੍ਹਨਾ ਚਾਹੀਦਾ ਹੈ। ਇਸ ਪ੍ਰਕਾਰ ਦੇ ਇਹ ਨੀਤੀ ਦੇ ਵਚਨ ਹਨ। ਔਰ ਵਿਪਰ ਚੜ੍ਹੈ ਜੋ ਬੈਲ, ਜਿਹੜਾ ਵਿਪਰ ਬ੍ਰਾਹਮਣ ਹੋ ਕੇ ਬੈਲ ਬਲਦ ਦੀ ਸਵਾਰੀ ਕਰਦਾ ਹੈ ਉਹ ਵੀ ਬਹੁਤ ਬੁਰਾ ਹੈ। ਘੋੜ ਚੜੇ ਸਮੇਂ ਅਸਤ ਜੋ ਨਾਰੀ ਪੁਰਖਨ ਫੇਰਾ। ਹਾਂ, ਸੰਨਿਆਸਤਾ ਜਿਹੜਾ ਸੰਨਿਆਸੀ ਹੋ ਗਿਆ, ਘਰ-ਬਾਰ ਦਾ ਜਿਹਨੇ ਤਿਆਗ ਕਰ ਦਿੱਤਾ, ਘਰ-ਬਾਰ ਤਿਆਗਣ ਤੋਂ ਬਾਅਦ ਵੀ ਉਹ ਘੋੜੇ ਉੱਤੇ ਚੜ੍ਹਿਆ ਫਿਰੇ, ਘੋੜ ਸਵਾਰੀ ਕਰਦਾ ਫਿਰੇ, ਕਹਿੰਦੇ ਉਹਦੇ ਵਾਸਤੇ ਵੀ ਇਹ ਬੁਰੀ ਗੱਲ ਹੈ। ਨਾਰੀ ਪੁਰਖਨ ਖੇਲ, ਜਿਹੜੀ ਨਾਰੀ ਇਸਤਰੀ ਹੈ ਆਪਣੇ ਪਤੀ ਵਰਤਾ ਧਰਮ ਦੇ ਵਿੱਚ ਪਰਪੱਕ ਨਹੀਂ ਰਹਿੰਦੀ, ਹੋਰ ਪੁਰਖਾਂ ਦੇ ਨਾਲ ਖੇਲ ਸਰੀਰਕ ਸੰਬੰਧ ਰੱਖਦੀ ਹੈ, ਉਹ ਵੀ ਬੁਰਾ ਹੈ। ਪੰਡਤ ਨਾਮ ਹੈ ਵਿਦਵਾਨ ਦਾ, ਜਿਹੜਾ ਵਿਦਵਾਨ ਹੋ ਕੇ ਵਿਦਿਆ ਦਾ ਸਾਗਰ ਹੋ ਕੇ ਈਰਖਾਵਾਨ ਰਹਿੰਦਾ, ਈਰਖਾਲੂ ਬਣਿਆ ਰਹਿੰਦਾ, ਦੂਜਿਆਂ ਦੇ ਨਾਲ ਈਰਖਾ ਕਰਦਾ ਹੈ, ਉਹ ਵੀ ਬਹੁਤ ਬੁਰਾ ਹੈ, ਮਾੜਾ ਹੈ। ਸੂਦਰ ਪਛ ਮੈਂ ਵਿਪਰ, ਤੇ ਵਿਪਰ ਬ੍ਰਾਹਮਣ ਹੋ ਕੇ ਜਿਹੜਾ ਬ੍ਰਾਹਮਣ ਦਾ ਸਾਥ ਨਹੀਂ ਦਿੰਦਾ ਤੇ ਸ਼ੂਦਰ ਦੇ ਪੱਖ ਵਿੱਚ ਖੜਦਾ, ਉਹ ਵੀ ਬੁਰਾ ਹੈ। ਰਾਜਾ ਹੋਏ ਵੱਡੀ ਰਹੇ ਮਸਰ ਗਿਆਨੀ ਖਿਪਰਾ। ਰਾਜਾ ਹੋ ਕੇ ਜਿਹਦਾ ਧਰਮ ਪਰਜਾ ਦੀ ਰੱਖਿਆ ਕਰਨਾ ਹੁੰਦਾ, ਪਰਜਾ ਨੂੰ ਨਿਆਂ ਦੇਣਾ ਹੁੰਦਾ ਹੈ, ਤੇ ਜੇਕਰ ਉਹੀ ਵੱਡੀਆਂ ਲੈ ਕੇ ਰਿਸ਼ਵਤਾਂ ਲੈ ਕੇ ਫੈਸਲੇ ਕਰਨ ਲੱਗ ਪਏ, ਜੱਜ ਜਿਹੜਾ ਹੈ ਉਹ ਵੱਡੀ ਲੈ ਕੇ ਰਿਸ਼ਵਤ ਲੈ ਕੇ ਫੈਸਲੇ ਕਰਨ ਲੱਗ ਪਏ, ਵੱਡੀ ਖੋਰ ਬਣ ਜਾਏ, ਤਾਂ ਕਹਿੰਦੇ ਉਹ ਵੀ ਬਹੁਤ ਮਾੜਾ ਹੈ। ਇਸੇ ਤਰ੍ਹਾਂ ਮਤਸਰ ਗਿਆਨੀ ਖਿਪਰ, ਜਿਹੜਾ ਗਿਆਨੀ ਹੈ ਗਿਆਨਵਾਨ ਹੈ, ਜੇਕਰ ਉਹ ਈਰਖਾ ਦੇ ਵਿੱਚ ਖਪਦਾ ਰਹਿੰਦਾ ਹੈ, ਉਹ ਵੀ ਬਹੁਤ ਬੁਰਾ ਹੈ। ਤਾਂ ਇਸੇ ਤਰ੍ਹਾਂ ਕਹਿੰਦੇ ਧੇਨ ਦੇ ਉੱਤੇ, ਗਊ ਦੇ ਉੱਤੇ ਭਾਰ ਲੱਦ ਕੇ ਲੈ ਜਾਣਾ, ਇਹ ਵੀ ਬਹੁਤ ਮਾੜੀ ਗੱਲ ਹੈ। ਔਰ ਪਰ ਵਸਤਰ ਲੈ ਪਰਾਏ ਵਸਤਰ ਚੁੱਕ ਚੁੱਕ ਕੇ ਐਵੇਂ ਕਿਸੇ ਦੇ ਉੱਪਰ ਲਈ ਜਾਣੇ, ਪਹਿਨੀ ਜਾਣੇ, ਇਹ ਵੀ ਚੰਗੀ ਗੱਲ ਨਹੀਂ, ਮਾੜਾ ਹੈ ਉਹ ਮਨੁੱਖ ਜਿਹੜਾ ਪਰਾਏ ਵਸਤਰ ਪਹਿਨਦਾ ਹੈ। ਔਰ ਉਚਿਸ਼ਟ ਭੋਗ ਕੁਲ ਰੀਤ, ਜਿਹੜਾ ਜੂਠਾ ਹੀ ਖਾਂਦਾ ਹੈ, ਹਰ ਵੇਲੇ ਜੂਠ ਖਾਂਦਾ ਹੈ, ਉਚਿਸ਼ਟ ਭੋਗ ਜੂਠਾ ਖਾਂਦਾ ਹੈ, ਕਹਿੰਦੇ ਉਹ ਵੀ ਬਹੁਤ ਬੁਰਾ ਹੈ। ਔਰ ਕੁਲ ਰੀਤ, ਜਿਹੜਾ ਕੁਲ ਦੀਆਂ ਰੀਤੀਆਂ ਨੂੰ ਨਿਭਾਉਂਦਾ, ਗੁਰੂ ਦੀ ਰੀਤੀ ਦੇ ਉੱਤੇ ਨਹੀਂ ਚੱਲਦਾ, ਗੁਰੂ ਦੀ ਮਿਤ ਮਰਿਆਦਾ ਤੋਂ ਹਟ ਕੇ ਜਦੋਂ ਕੋਈ ਵਿਆਹ ਸ਼ਾਦੀ ਇਤਿਆਦਿਕ ਕੋਈ ਮਰਨੇ ਪਰਨੇ ਦਾ ਪ੍ਰੋਗਰਾਮ ਹੁੰਦਾ ਕੋਈ ਘਰ ਦੇ ਵਿੱਚ, ਤਾਂ ਉਸ ਵੇਲੇ ਕਹਿੰਦਾ ਜੀ ਇਹ ਤਾਂ ਸਾਡੀ ਕੁਲ ਦੀ ਰੀਤੀ ਹੈ, ਤਾਂ ਸਾਨੂੰ ਕਰਨਾ ਪਊ। ਜਾਂ ਜਦੋਂ ਮੁੰਡੇ ਕੁੜੀ ਦਾ, ਲੜਕੇ ਲੜਕੀ ਦਾ, ਭੁਜੰਗੀ ਭੁਜੰਗਣ ਦਾ ਵਿਆਹ ਹੈ, ਉਸ ਵੇਲੇ ਕੁਲ ਦੀਆਂ ਰੀਤੀਆਂ ਨੂੰ ਅੱਗੇ ਰੱਖਦਾ ਗੁਰੂ ਦੀ ਮੱਤ ਦੇ ਨਾਲੋਂ, ਉਹ ਵੀ ਮਾੜਾ ਹੈ। ਜਿਵੇਂ ਬਹੁਤ ਸਾਰੇ ਲੋਕ ਕਰਦੇ ਆ ਨਾ ਕੁਲ ਦੀਆਂ ਰੀਤੀਆਂ, ਵੀ ਨਹੀਂ ਜੀ ਆ ਜਿਹੜਾ ਇਹ ਸਿਹਰਾ ਬੰਨ੍ਹਣਾ ਇਹ ਤਾਂ ਕੁਲ ਦੀ ਰੀਤੀ ਹੈ, ਤਾਂ ਸਾਰੇ ਹੀ ਬੰਨ੍ਹਦੇ ਆ, ਇਹਦੇ ਨਾਲ ਅੰਮ੍ਰਿਤ ਵਿੱਚ ਕੀ ਫਰਕ ਪੈਣ ਲੱਗਿਆ। ਤੇ ਜੇ ਹੋਰ ਜਿੰਨੇ ਵੀ ਕਰਮ ਕਾਂਡ ਹੁੰਦੇ ਆ ਵਿਆਹਾਂ ਸ਼ਾਦੀਆਂ ਦੇ ਮੌਕੇ, ਉਹਨਾਂ ਨੂੰ ਕਰਨ ਲੱਗਿਆਂ ਇਹ ਉਦਾਹਰਨਾਂ ਦਿੱਤੀਆਂ ਜਾਂਦੀਆਂ, ਇਹ ਤਾਂ ਸਾਡੀ ਕੁਲ ਦੀ ਰੀਤੀ ਹੈ। ਵਿਆਹ ਤੋਂ ਬਾਅਦ ਫਿਰ ਉਹ ਜਾ ਕੇ ਜੰਡੀ ਵੱਢਣੀ, ਜੰਡ ਨੂੰ ਜਾ ਕੇ ਟੱਕ ਜੇ ਲਾਉਣੇ, ਤੇ ਇਸੇ ਤਰ੍ਹਾਂ ਉੱਥੇ ਐਵੇਂ ਉਹ ਸੋਟੀਆਂ ਜਾਂ ਤੋੜ ਕੇ ਡੰਡੋ ਡੰਡੀ ਜੇ ਹੋਈ ਜਾਣਾ, ਜਿਹਨੂੰ ਛਟੀਆਂ ਖੇਡਣਾ ਕਹਿੰਦੇ ਆ, ਵੀ ਇਹ ਕੁਲ ਦੀ ਰੀਤੀ ਹੈ। ਜਾਂ ਛੱਪੜਾਂ ਦੇ ਉੱਤੇ ਜਾ ਕੇ ਮਿੱਟੀ ਕੱਢਣੀ,
ਇਤਿਆਦਿਕ ਬਹੁਤ ਸਾਰੀਆਂ ਜਿਹੜੀਆਂ ਕੁਰੀਤੀਆਂ ਕੁਲਾਂ ਦੇ ਵਿੱਚ ਚੱਲਦੀਆਂ ਆ ਰਹੀਆਂ, ਉਹਨਾਂ ਨੂੰ ਅੱਗੇ ਜਿਹੜਾ ਰੱਖਦਾ, ਕਹਿੰਦੇ ਉਹ ਵੀ ਬਹੁਤ ਬੁਰਾ ਹੈ। ਜੀਵ ਜੀਵ ਕਾ ਅਪਹਰੇ ਚੁਗਲੀ ਤੋਰੈ ਪ੍ਰੀਤਾ। ਹਾਂ, ਜਿਹੜਾ ਕੋਈ ਕਿਸੇ ਹੋਰ ਦੂਜੇ ਇਨਸਾਨ ਦੀ ਜੀਵਕਾ ਨੂੰ ਹਰ ਲੈਂਦਾ ਹੈ, ਉਹਦੀ ਦਿਹਾੜੀ ਦੱਬ ਲੈਂਦਾ, ਉਹਦੇ ਮਿਹਨਤਾਨੇ ਨੂੰ ਦੱਬ ਲੈਂਦਾ, ਹੱਕ ਮਾਰਦਾ ਹੈ, ਜਾਂ ਕੋਈ ਮਿਹਨਤ ਕਰਦਾ ਹੈ ਤੇ ਉਹਦੀ ਮਿਹਨਤ ਦੇ ਵਿੱਚ ਲੱਤ ਮਾਰ ਦਿੰਦਾ, ਉਹਦਾ ਕੰਮਕਾਰ ਛਡਵਾ ਦਿੰਦਾ ਹੈ, ਕਹਿੰਦੇ ਇਹ ਵੀ ਬਹੁਤ ਮਾੜੀ ਗੱਲ ਹੈ। ਚੁਗਲੀ ਤੋਰੈ ਪ੍ਰੀਤ, ਤੇ ਚੁਗਲੀ ਕਰਕੇ ਕਿਸੇ ਦਾ ਆਪਸ ਵਿੱਚ ਪ੍ਰੇਮ ਪਿਆਰ ਬਣਿਆ ਹੋਵੇ ਉਹਨੂੰ ਤੋੜ ਦੇਣਾ, ਉਹਨਾਂ ਦਾ ਵਿਛੋੜਾ ਪਾ ਦੇਣਾ, ਲੜਾਈ ਝਗੜਾ ਕਰਵਾ ਦੇਣਾ। ਬਹੁਤ ਸਾਰੇ ਲੋਕ ਐਸੇ ਹੁੰਦੇ ਆ ਜਿਹੜੇ ਦੂਜਿਆਂ ਨੂੰ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਹੋਏ ਦੇਖ ਨਹੀਂ ਸਕਦੇ। ਕੋਈ ਦੋ ਭਰਾ ਆਪਸ ਵਿੱਚ, ਦੋ ਮਿੱਤਰ ਸੱਜਣ ਆਪਸ ਦੇ ਵਿੱਚ, ਉਹਨਾਂ ਦਾ ਚੰਗਾ ਵਰਤੋਂ ਵਿਹਾਰ ਹੋਵੇ, ਚੰਗਾ ਮੇਲ ਜੋਲ ਹੋਵੇ ਨਾ, ਤੇ ਜਿਹੜੇ ਫਿਰ ਚੁਗਲੀ ਵਾਲੇ ਲੋਕ ਹੁੰਦੇ ਆ ਨਾ, ਉਹਨਾਂ ਦੀ ਬਾਬਤ ਵਿਦਵਾਨਾਂ ਨੇ ਆਖਿਆ, ਚੁਗਲਖੋਰ ਨਾ ਚੁਗਲਿਓ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਉਹ ਕੋਈ ਨਾ ਕੋਈ ਐਸੀ ਛੁਰਲੀ ਜੀ ਜਾ ਕੇ ਛੱਡਦੇ ਆ, ਤੇ ਉਹ ਚੰਗਾ ਭਲਾ ਉਹਨਾਂ ਦਾ ਆਪਸ ਵਿੱਚ ਪਿਆਰ ਹੁੰਦਾ ਹੈ, ਚੰਗਾ ਵਸਦਾ ਰਸਦਾ ਘਰ ਹੁੰਦਾ ਹੈ, ਤੇ ਉਹਦੇ ਵਿੱਚ ਜਾ ਕੇ ਨਾ ਪੁਆੜਾ ਪਾ ਕੇ ਖੜਾ ਕਰ ਦਿੰਦੇ ਆ, ਉਹਨਾਂ ਦਾ ਆਪਸ ਦੇ ਵਿੱਚ ਵਖਰੇਵਾ ਪੈਦਾ ਕਰ ਦਿੰਦੇ ਆ। ਨੂੰਹ ਸੱਸ ਦੀ ਆਪਸ ਵਿੱਚ ਬਣਦੀ ਹੋਵੇ ਤੇ ਕੋਈ ਨਾ ਕੋਈ ਚੁਗਲੀ ਵਾਲਾ ਜਾ ਕੇ ਐਸਾ ਖੜਾ ਹੁੰਦਾ ਹੈ, ਉਹਨਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੰਦਾ, ਚੁਗਲੀ ਕਰ ਦਿੰਦਾ ਹੈ, ਤੇ ਉਹਨਾਂ ਦਾ ਆਪਸ ਵਿੱਚ ਲੜਾਈ ਝਗੜਾ ਕਰਵਾ ਦਿੰਦਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਚੁਗਲੀ ਕਰਕੇ ਜਿਹੜਾ ਕੋਈ ਕਿਸੇ ਦੀ ਪ੍ਰੀਤੀ ਤੋੜ ਦਿੰਦਾ, ਪ੍ਰੇਮ ਤੋੜ ਦਿੰਦਾ, ਉਹ ਵੀ ਬਹੁਤ ਬੁਰਾ ਹੈ। ਇੱਕ ਜੀਵਨ ਇਹ ਪਾਪ ਹੈ, ਸੁਰਗ ਨਾ ਕੇ ਕਾਲ। ਕਹਿੰਦੇ ਤਰਕਾਰ ਹੈ ਐਸੇ ਜੀਵਨ ਨੂੰ, ਲੱਖ ਲਾਹਣਤਾਂ ਹਨ ਉਹਨਾਂ ਦੇ ਐਸੇ ਜੀਵਨ ਨੂੰ ਜਿਹੜੇ ਕੋਈ ਐਸੇ ਪਾਪ ਕਰਦੇ ਹਨ। ਸੁਰਗ ਨਾ ਲਹਿ ਕਹਿ ਕਾਲ, ਐਸੇ ਲੋਕ ਹਨ ਜਿਹੜੇ ਉਪਰੋਕਤ ਕੁਰੀਤੀਆਂ ਕਰਨ ਵਾਲੇ, ਉਹਨਾਂ ਨੂੰ ਕਦੇ ਵੀ ਸਵਰਗ ਦੀ ਪ੍ਰਾਪਤੀ ਨਹੀਂ ਹੁੰਦੀ। ਸਿਦਕ ਸ਼ੋਰ ਗੁਰ ਬਚਨ ਹਾਤਾ, ਦੋਖ ਅਣਗਣੇ ਭਾਲ। ਜਿਹੜਾ ਸਿਦਕ ਛੱਡ ਕੇ, ਭਰੋਸਾ ਤਿਆਗ ਕੇ, ਗੁਰੂ ਦਾ ਜਿਹਦੇ ਕੋਲ ਭਰੋਸਾ ਪ੍ਰਤੀਤ ਨਹੀਂ ਰਹਿੰਦੀ, ਗੁਰੂ ਦੇ ਬਚਨ ਨੂੰ ਛੱਡ ਦੇਵੇ, ਗੁਰੂ ਦੇ ਬਚਨ ਨੂੰ ਤਿਆਗ ਦੇਵੇ, ਕਹਿੰਦੇ ਦੋਖ ਅਣਗਣੇ ਭਾਲ। ਭਾਲ ਨਾਮ ਹੈ ਮੱਥੇ ਦਾ, ਮਸਤਕ ਦਾ। ਕਹਿੰਦੇ ਉਹਦੇ ਮੱਥੇ ਦੇ ਉੱਤੇ ਅਣਗਿਣਤ ਹੀ ਦੋਸ਼ ਲੱਗ ਜਾਂਦੇ ਆ, ਬਹੁਤਾ ਭਾਰੀ ਦੋਸ਼ੀ ਬਣ ਜਾਂਦਾ ਹੈ। ਦਸ ਕਰਮਨ ਕੇ ਸਾਲ ਸੇ, ਕਾਇਆ ਮਨ ਅਰ ਬਾਚ। ਕਹਿੰਦੇ 10 ਕਰਮਾਂ ਦਾ ਹਰੇਕ ਚੰਗੇ ਮਨੁੱਖ ਨੂੰ, ਹਰੇਕ ਚੰਗੇ ਗੁਰਸਿੱਖ ਨੂੰ ਤਿਆਗੀ ਹੋਣਾ ਚਾਹੀਦਾ। 10 ਕਰਮ ਤਿਆਗਣੇ ਵਾਜਬ ਹਨ, ਜ਼ਰੂਰੀ ਹਨ। ਕਾਇਆ ਮਨ ਅਰ ਬਾਚ, ਕਾਇਆ ਨਾਮ ਹੈ ਸਰੀਰ ਦਾ, ਸਰੀਰ ਕਰਕੇ, ਮਨ ਕਰਕੇ, ਤੇ ਬਾਚ ਕਹੀਏ ਬਾਣੀ ਕਰਕੇ। ਚਾਰ ਵਰਨ ਮੈਂ ਸਾਧ ਸੋ, ਜਮ ਗ੍ਰਹਿ ਜਾਏ ਨਾ ਸਾਚ। ਕਹਿੰਦੇ ਜਿਹੜਾ ਇਹ 10 ਔਗਣਾਂ ਦਾ ਤਿਆਗ ਕਰ ਦੇਵੇ, ਚਾਰਾਂ ਵਰਨਾਂ ਵਿੱਚੋਂ ਖੱਤਰੀ ਹੋਵੇ, ਸ਼ੂਦਰ ਹੋਵੇ, ਬ੍ਰਾਹਮਣ ਹੋਵੇ, ਵੈਸ਼ ਹੋਵੇ, ਕੋਈ ਵੀ ਹੋਵੇ, ਚਾਰਾਂ ਵਰਨਾਂ ਦੇ ਵਿੱਚੋਂ ਜਿਹੜਾ ਇਹ 10 ਔਗਣ ਤਿਆਗ ਗਿਆ ਨਾ, ਉਹ ਕਹਿੰਦੇ ਸਾਧ ਹੈ, ਉਹਦਾ ਮਨ ਸਾਧਿਆ ਗਿਆ, ਉਹ ਸਾਧੂ ਮਹਾਤਮਾ ਕਿਹਾ ਜਾਵੇਗਾ ਉਸ ਨੂੰ। ਸੋ ਜਮ ਗ੍ਰਹਿ, ਚਾਰ ਵਰਨ ਮੈਂ ਸਾਧ ਸੋ ਜਮ ਗ੍ਰਹਿ ਜਾਏ ਨਾ ਸਾਚ। ਕਹਿੰਦੇ ਉਹ ਫਿਰ ਜਮਾਂ ਦੇ ਵਸ ਨਹੀਂ ਪੈਂਦਾ, ਜਮਾਂ ਦੀ ਪੂਰੀ ਨੂੰ ਨਹੀਂ ਜਾਵੇਗਾ, ਉਹ ਸਾਧੂ ਸੰਤ ਬਣ ਜਾਵੇਗਾ। ਹਿੰਸਾ ਪਾਤਰੇ ਪਰਦਰਵ, ਤੀਨ ਤਜਾ ਕੇ ਦੇ। ਹਾਂ, 3 ਕਹੇ ਆ ਇਹ ਦੇਹੀ ਦੇ ਸਰੀਰ ਦੇ, ਜਿਨ੍ਹਾਂ ਦਾ ਤਿਆਗ ਕਰਨਾ ਸਰੀਰ ਕਰਕੇ। ਉਹ ਕਿਹੜੇ ਕਿਹੜੇ? ਹਿੰਸਾ ਦਾ ਤਿਆਗ ਕਰੇ, ਬੇਦੋਸ਼ੇ ਜੀਵਾਂ ਨੂੰ ਨਾ ਮਾਰੇ, ਬੇਦੋਸ਼ਾ ਕਿਸੇ ਨੂੰ ਦੁੱਖ ਨਾ ਦੇਵੇ, ਕਿਸੇ ਮਨੁੱਖ ਨੂੰ, ਕਿਸੇ ਜੀਵ ਨੂੰ। ਔਰ ਪਰਤ੍ਰਿਆ, ਪਰਤਨਗਾਮੀ ਨਾ ਹੋਵੇ, ਮਾੜਾ ਜੀਵਨ ਨਾ ਹੋਵੇ, ਉਹਦਾ ਚਰਿੱਤਰ ਮਾੜਾ ਨਾ ਹੋਵੇ। ਪਰ ਦਰਵ, ਤੇ ਪਰਾਇਆ ਧਨ ਉਹ ਲੁੱਟੇ ਨਾ, ਪਰਾਇਆ ਧਨ ਨਾ ਠੱਗੀ ਠੋਰੀ ਦੇ ਨਾਲ ਆਪਣੇ ਕਬਜ਼ੇ ਵਿੱਚ ਕਰੇ। ਸੋ ਪਰਾਏ ਧਨ ਦਾ ਤਿਆਗ ਕਰੇ, ਪਰਾਏ ਤਨ ਦਾ ਤਿਆਗ ਕਰੇ, ਤੇ ਹਿੰਸਾ ਦਾ ਤਿਆਗ ਕਰੇ। ਇਹ ਦੇਹ ਕਰਕੇ 3 ਤਿਆਗਣ ਯੋਗ ਹਨ। ਬੁਰਾ ਨਾ ਚਿਤਵੈ ਆਨ ਕਾ, ਅਸਤ ਵਸਤ ਨ ਕਹਿ। ਕਿਸੇ ਹੋਰ ਦਾ ਮਨ ਕਰਕੇ ਬੁਰਾ ਨਾ ਚਿਤਵੇ। ਇਹ ਨਾ ਕਹੇ ਕਿ ਸਭ ਕੁਝ ਮੇਰੇ ਕੋਲੇ ਹੋਵੇ, ਗਵਾਂਢੀ ਕੰਗਾਲ ਹੋ ਜਾਵੇ, ਸਭ ਕੁਝ ਮੇਰੇ ਕੋਲੇ ਹੋਣਾ ਚਾਹੀਦਾ। ਇਹ ਨਾ ਆਖੇ ਮਹਾਰਾਜ ਸੱਚੇ ਪਾਤਸ਼ਾਹ ਜੋ ਦੇਣਾ ਤੂੰ ਮੈਨੂੰ ਦੇ, ਚੱਲ ਗਵਾਂਢੀਆਂ ਨੂੰ ਉਜਾੜ ਦੇ।
ਦੂਜੇ ਦਾ ਬੁਰਾ ਨਾ ਚਿਤਵੇ ਮਨ ਕਰਕੇ ਵੀ। ਅਸਤ ਵਸਤ ਨਹੀਂ ਕਿ ਜਿਹੜੀ ਅਸਤ ਵਸਤੂ ਹੈ, ਝੂਠੀ ਵਸਤੂ ਹੈ, ਉਹਦੇ ਵਿੱਚ ਹਿੱਤ ਨਾ ਲਾਵੇ, ਉਹਨੂੰ ਸਦੀਵੀ ਨਾ ਮੰਨੇ। ਪਰ ਨਾਰੀ ਚਿੰਤਾ ਤਜੈ ਤੀਨ ਮਾਨਸੀ ਤਿਆਗ। ਇਸੇ ਤਰ੍ਹਾਂ ਪਰਾਈ ਇਸਤਰੀ ਦੇ ਫੁਰਨੇ ਉਹ ਵੀ ਮਨ ਦੇ ਵਿੱਚੋਂ ਕੱਢ ਦੇਵੇ, ਛੱਡ ਦੇਵੇ, ਐਸੇ ਫੁਰਨੇ ਨਾ ਕਰੇ। ਤੀਨ ਮਾਨਸੀ ਤਿਆਗ, ਇੱਥੋਂ ਤੱਕ ਕਹਿੰਦੇ ਇਹ ਤਿੰਨ ਮਨ ਕਰਕੇ ਤਿਆਗਣ ਯੋਗ ਹਨ। ਰੁਖ ਅਸਤ ਸਾਲਾਗਨ ਰਿਤ ਮੰਦ ਤਜਵਾਗ। ਹਾਂ, ਇਸੇ ਤਰ੍ਹਾਂ ਸਰੀਰ ਕਰਕੇ ਵੀ ਦੱਸ ਦਿੱਤੇ ਜਿਹੜੇ ਤਿਆਗਣ ਯੋਗ ਔਗਣ ਹੈ, ਮਨ ਕਰਕੇ ਵੀ ਦੱਸ ਦਿੱਤੇ। ਤੇ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਬਾਣੀ ਕਰਕੇ, ਤੇਰੇ ਬੋਲਣ ਕਰਕੇ ਆ ਜਿਹੜੇ, ਉਹ ਜਿਨ੍ਹਾਂ ਦਾ ਤਿਆਗ ਕਰਨਾ ਉਹ ਹਨ ਪਰੁੱਖ। ਤੂੰ ਰੁੱਖਾ ਨਾ ਬੋਲੇ, ਕਠੋਰ ਨਾ ਬੋਲ ਹੁਣ ਤੇਰੇ, ਐਸੇ ਬਚਨ ਨਾ ਤੂੰ ਕਰੇ ਜਿਹਦੇ ਨਾਲ ਦੂਜਿਆਂ ਦਾ ਦਿਲ ਦੁਖੇ। ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਜੇ ਤੋ ਪ੍ਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀ ਦਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਪਿਆਰੇ ਨੂੰ ਮਿਲਣ ਦੀ ਸਿੱਖ ਆ ਨਾ, ਤੇਰੇ ਮਨ ਵਿੱਚ ਆਸ ਹੈ, ਤਾਂ ਕਹਿੰਦੇ ਕਿਸੇ ਦਾ ਹਿਰਦਾ ਨਾ ਦੁਖਾਵੀਂ, ਕਿਉਂਕਿ ਰੱਬ ਦਿਲਾਂ ਵਿੱਚ ਹੀ ਰਹਿੰਦਾ, ਹਿਰਦਿਆਂ ਵਿੱਚ ਹੀ ਰਹਿੰਦਾ, ਉਹ ਰੱਬ ਦੁਖੀ ਹੋ ਜਾਏਗਾ। ਇਸ ਕਰਕੇ ਮਾੜੇ ਭੈੜੇ ਕਠੋਰ ਬੋਲ ਨਾ ਬੋਲੀ। ਕਠੋਰ ਬੋਲ ਬੋਲਣ ਦੇ ਨਾਲ ਬਹੁਤ ਸਾਰੇ ਦੋਸ਼ ਲੱਗਦੇ ਆ। ਆਪਾਂ ਆਸਾ ਦੀ ਵਾਰ ਦੇ ਵਿੱਚ ਵੀ ਪੜ੍ਹਦੇ ਹਾਂ ਕਿ ਕਠੋਰ ਬੋਲਣ ਵਾਲਾ ਜਿਹੜਾ ਬੰਦਾ, ਸੋ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ ਦੇ ਬਚਨ ਵੀ ਗੁਰਬਾਣੀ ਵਿੱਚ ਆਉਂਦੇ ਆ। ਮਿੱਠਾ ਬੋਲਣਾ ਚਾਹੀਦਾ, ਮਿੱਠਾ ਬੋਲਣ ਨਿਵ ਚੱਲਣਾ, ਹੱਥੋਂ ਦੇ ਕੇ ਭਲਾ ਮਨਾਏ, ਮਿੱਠਾ ਬੋਲਣਾ ਚਾਹੀਦਾ ਹੈ। ਤੇ ਜਿਹੜਾ ਮਿੱਠਾ ਨਹੀਂ ਬੋਲਦਾ, ਕਠੋਰ ਬੋਲ ਬੋਲਦਾ ਹੈ, ਉਹ ਤੇ ਸਤਿਗੁਰੂ ਦੀ ਬਾਣੀ ਆਸਾ ਦੀ ਵਾਰ ਵਿੱਚ ਵਚਨ ਆਉਂਦੇ ਹੈ ਕਿ ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੈ ਆਸ ਕਰ ਜਾਹੇ ਨਰਾਸੇ ਕਿਤ। ਸਿਮਲ ਦਾ ਰੁੱਖ ਵੀ ਆਪਣੇ ਆਪ ਨੂੰ ਬਹੁਤ ਉੱਚਾ ਲੰਮਾ ਸਮਝਦਾ ਹੈ, ਪਰ ਉਹਦੇ ਤੇ ਜਿਹੜੇ ਫਲ ਲੱਗਦੇ ਆ ਉਹ ਫਲ ਫਿੱਕੇ, ਫੁੱਲ ਬੱਕ ਬੱਕੇ, ਕੰਮ ਨਾ ਆਵੇ ਪੱਤ। ਫਿੱਕੇ ਜਿਹੜੇ ਫਲ ਲੱਗਦੇ ਆ, ਕੋਈ ਸਵਾਦ ਨਹੀਂ ਹੁੰਦਾ, ਫੁੱਲ ਵੀ ਕਿਸੇ ਢੰਗ ਦੇ ਨਹੀਂ ਹੁੰਦੇ, ਤੇ ਉਹਦੀ ਪੱਤ ਵੀ, ਛਾਲ ਵੀ ਕਿਸੇ ਕੰਮ ਨਹੀਂ ਆਉਂਦੀ। ਇਸੇ ਤਰ੍ਹਾਂ ਜਿਹੜਾ ਮਨੁੱਖ ਦੀ ਬੋਲ ਬਾਣੀ ਚੰਗੀ ਨਹੀਂ ਨਾ, ਤੇ ਆਪਣੇ ਆਪ ਨੂੰ ਜਿੰਨਾ ਮਰਜ਼ੀ ਵੱਡਾ ਸਮਝਦਾ ਰਹੇ, ਆਪਣੇ ਆਪ ਜਿੰਨਾ ਮਰਜ਼ੀ ਵੱਡਾ ਬਣਿਆ ਰਹੇ, ਰੁੱਖਾ ਬੋਲਦਾ ਹੈ, ਕਠੋਰ ਬੋਲਦਾ ਹੈ, ਆਪਣੇ ਆਪ ਨੂੰ ਜਿੰਨਾ ਮਰਜ਼ੀ ਧਰਮੀ ਕਹਾਈ ਜਾਵੇ, ਬਾਣੀ ਦੇ ਵਿੱਚ ਉਹਦੇ ਬੋਲਾਂ ਵਿੱਚ ਜੇ ਨਿਮਰਤਾ ਨਹੀਂ ਆਈ, ਮਿਠਾਸ ਨਹੀਂ ਆਈ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕੋਈ ਫਲ ਪ੍ਰਾਪਤ ਨਹੀਂ ਕਰ ਸਕਦਾ। ਪਰੁੱਖ ਜਿਹੜੇ ਕਠੋਰ ਵਚਨ ਹੈ, ਰੁੱਖੇ ਬੋਲ ਹੈ, ਉਹ ਨਹੀਂ ਬੋਲਣੇ ਚਾਹੀਦੇ। ਅਸਤ ਝੂਠ ਨਹੀਂ ਬੋਲਣਾ ਚਾਹੀਦਾ। ਸਾਲਾਗ ਨਹਿ, ਐਸੇ ਵਚਨ ਨਾ ਬੋਲੇ ਜਿਨ੍ਹਾਂ ਨਾਲ ਸ਼ਲਾਘਾ ਨਾ ਹੋਵੇ, ਭਾਵ ਨਿੰਦਿਆ ਵਾਲੇ ਵਚਨ ਨਾ ਕਰੇ। ਹਮੇਸ਼ਾ ਸ਼ਲਾਘਾ ਵਾਲੇ ਵਚਨ ਕਰੇ ਜਿਨ੍ਹਾਂ ਨਾਲ ਸ਼ਲਾਘਾ ਹੋਵੇ। ਜਿਹੜੇ ਵਚਨਾਂ ਵਿੱਚ ਸ਼ਲਾਘਾ ਨਾ ਹੋਵੇ, ਕਿਸੇ ਪ੍ਰਤੀ ਈਰਖਾ ਜਿਨ੍ਹਾਂ ਵਚਨਾਂ ਦੇ ਵਿੱਚ ਹੋਵੇ, ਜਿਨ੍ਹਾਂ ਬੋਲਾਂ ਵਿੱਚ, ਸੋ ਐਸੇ ਜਿਹੜੇ ਨਿੰਦਨੀਆ ਵਚਨ ਵੀ ਨਾ ਕਰੇ। ਅਰਿਤ ਮੰਦ ਤਜਵਾਗ, ਤੇ ਅਰਿਤ ਜਿਹੜੇ ਕਿਸੇ ਨੂੰ ਦੂਜੇ ਨੂੰ ਦੁੱਖ ਦੇਣ ਵਾਲੇ, ਦੁਖੀ ਕਰਨ ਵਾਲੇ ਮੰਦੇ ਵਚਨ ਹਨ, ਇਹਨਾਂ ਸਾਰਿਆਂ ਨੂੰ ਛੱਡ ਦੇਵੇ ਬੋਲਣਾ। ਸਤਿਗੁਰੂ ਜੀ ਕਹਿੰਦੇ ਜੇ ਕੋਈ ਭੁੱਲ ਭੁਲੇਖੇ ਇਹ ਔਗਣ ਜਿਹਦੇ ਵਿੱਚ ਹੋਣ 10, ਤੇ ਕਹਿੰਦੇ ਉਹ ਆਪਣੀ ਭੁੱਲ ਨੂੰ ਬਖਸ਼ਾ ਲਵੇ, ਤੇ ਕਹਿੰਦੇ ਉਹ ਬਖਸ਼ਿਆ ਜਾਂਦਾ ਹੈ। ਪਿੱਛੇ ਭੁੱਲਾ ਬਖਸ਼ੀਆ, ਆਗੇ ਸਮਝ ਚੱਲੋ ਆਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਜਿਹੜਾ ਭੁੱਲ ਮੰਨ ਲਵੇ, ਮਨੋ ਤਨੋਂ ਗਲਤੀ ਨੂੰ ਸਵੀਕਾਰ ਕਰ ਲਵੇ, ਉਹ ਕਹਿੰਦੇ ਬਖਸ਼ਿਆ ਜਾਂਦਾ। ਸਦਾ ਕਰੈ ਦ੍ਰਿੜ ਮੂੜ, ਕਹਿੰਦੇ ਜਿਹੜਾ ਸਦਾ ਹੀ ਦ੍ਰਿੜ ਕਰਕੇ ਰੱਖਦਾ ਵੀ ਮੈਂ ਨਹੀਂ ਹਟਣਾ, ਮੈਂ ਤਾਂ ਇਹ ਔਗਣ ਕਰਨੇ ਹੀ ਕਰਨੇ ਆ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਤੇ ਮੂੜ ਮੂਰਖ ਹੈ। ਹਾਂ, ਕਹਿੰਦੇ ਜਿਹੜੀ ਇਹ ਕਹਿਣੀ ਹੈ, ਸਿੱਖਿਆ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ, ਰਹਿਣੀ ਰਹਿਤ ਮਰਿਆਦਾ ਵਿੱਚ ਰਹਿਣ ਵਾਲੀ, ਸ੍ਰੀ ਗੁਰ ਬਖਸ਼ੀ ਗੂੜ। ਸਤਿਗੁਰ ਸੁਭਾਏਮਾਨ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਇਹ ਗੂੜ ਬਹੁਤ, ਜਿਨ੍ਹਾਂ ਦਾ ਡੂੰਘਾ ਅਰਥ ਹੈ, ਸ੍ਰੇਸ਼ਟ ਬਚਨ ਹਨ। ਇਹ ਰਹਿਤ ਮਰਿਆਦਾ ਬਖਸ਼ਿਸ਼ ਕੀਤੀ ਹੈ ਸਿੱਖਾਂ ਨੂੰ। ਨਾਮ ਜਪਨ ਦ੍ਰਿੜ ਸਾਧਨਾ, ਸਿੱਖ ਹਮਾਰਾ ਸੋਏ। ਜਿਹੜਾ ਕਹਿੰਦੇ ਬੰਦਾ ਨਾਮ ਜਪਦਾ ਤੇ ਦੂਜਿਆਂ ਨੂੰ ਦ੍ਰਿੜ ਕਰਾਉਂਦਾ ਹੈ ਸਾਧਨਾ, ਆਪ ਜਪੈ ਅਵਰ ਹੈ ਨਾਮ ਜਪਾਵੈ, ਇਸ ਸਿਧਾਂਤ ਦਾ ਧਾਰਨੀ ਹੈ
ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਮੇਰਾ ਪਿਆਰਾ ਸਿੱਖ ਹੈ। ਧਰਮਿ ਉਪਾਵਤਾ ਏਕ ਹੈ, ਦੂਪਨ ਕਹੇ ਨਾ ਕੋਏ। ਹਾਂ ਕਹਿੰਦੇ ਜਿਹੜੇ ਵੀ ਉਹ ਬਚਨ ਮੁਖ ਤੋਂ ਬੋਲੇ ਨਾ, ਕਹਿੰਦੇ ਦੂਜਿਆਂ ਨੂੰ ਤਰਨ ਵਾਲਾ ਹੀ ਰਸਤਾ ਦੱਸੇ, ਕਿਸੇ ਨੂੰ ਕਹਿੰਦੇ ਐਸਾ ਰਸਤਾ ਨਾ ਦੱਸੇ ਜਿਹਦੇ ਨਾਲ ਕੋਈ ਡੁੱਬ ਜਾਵੇ। ਇਹ ਸੰਸਾਰ ਸਮੁੰਦਰ ਵਿੱਚ, ਸੰਸਾਰ ਭਵ ਸਾਗਰ ਵਿੱਚ ਡੁੱਬਣ ਵਾਲੀਆਂ ਗੱਲਾਂ ਨਾ ਲੋਕਾਂ ਨੂੰ ਕਹੇ, ਉਹਨਾਂ ਨੂੰ ਤਰਨ ਵਾਲੀਆਂ ਗੱਲਾਂ ਕਹੇ ਕਿ ਇਸ ਤਰੀਕੇ ਨਾਲ ਤਰ ਜਾਈਦਾ ਭਾਈ, ਆਹ ਗੁਣ ਛੱਡਣਾ ਚਾਹੀਦਾ। ਸੋ ਇਸ ਤਰ੍ਹਾਂ ਦੀ ਸ਼ੁਭ ਸਿੱਖਿਆ ਹੀ ਦੇਵੇ, ਕਿਸੇ ਨੂੰ ਮਾੜੀ ਸਿੱਖਿਆ ਨਾ ਦੇਵੇ, ਕਿਸੇ ਦੇ ਬੱਚੇ ਨੂੰ ਨਸ਼ਿਆਂ 'ਤੇ ਨਾ ਲਾਵੇ, ਕਿਸੇ ਨੂੰ ਗਲਤ ਰਸਤੇ ਨਾ ਤੋਰੇ। ਕਹਿੰਦੇ ਐਸਾ ਜਿਹੜਾ ਕੋਈ ਇਨਸਾਨ ਹੈ, ਐਸਾ ਜਿਹੜਾ ਸਿੱਖ ਹੈ, ਉਹ ਮੇਰਾ ਪਿਆਰਾ ਸਿੱਖ ਹੈ। ਸੋ ਜਿਹੜੇ ਗੁਰੂ ਕੇ ਪਿਆਰੇ ਹੈ ਉਹ ਭਾਈ ਹਮੇਸ਼ਾ ਹੀ ਸੰਗਤ ਨੂੰ ਤਰਨ ਵਾਲੀਆਂ ਗੱਲਾਂ ਹੀ ਸੁਣਾਉਂਦੇ ਹੈ। ਉਹ ਚਾਹੇ ਸਟੇਜ 'ਤੇ ਹੋਣ, ਚਾਹੇ ਘਰ ਪਰਿਵਾਰ ਵਿੱਚ ਬੈਠੇ ਹੋਣ, ਚਾਹੇ ਰਾਹ ਛੇੜੇ ਕਿਤੇ ਵੀ ਤੁਸੀਂ ਉਹਨਾਂ ਦੀ ਸੰਗਤ ਕਰੋਗੇ ਨਾ, ਜਿਹੜੇ ਅਸਲ ਗੁਰੂ ਕੇ ਸਿੱਖ ਹੈ ਉਹ ਆਪਣਾ ਇਹ ਪਰਮ ਫਰਜ਼ ਸਮਝਦੇ ਹੋਏ ਹਮੇਸ਼ਾ ਸ਼ੁਭ ਸਿੱਖਿਆ ਹੀ ਦਿੰਦੇ ਆ, ਤਰਨ ਵਾਲੀਆਂ ਗੱਲਾਂ ਹੀ ਕਰਦੇ ਆ। 20ਵੀਂ ਸਦੀ ਦੇ ਮਹਾਨ ਸਿੱਖ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, 1977 ਦੀ ਗੱਲ ਹੈ, ਜਦੋਂ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ 400 ਸਾਲਾ ਮਨਾਇਆ ਜਾਣਾ ਸੀ ਤੇ 5 ਵੱਡੇ ਨਗਰ ਕੀਰਤਨ ਦਮਦਮੀ ਟਕਸਾਲ ਵੱਲੋਂ ਪੰਜਾਬ ਦੇ ਵੱਖਰੋ ਵੱਖਰੇ ਇਲਾਕਿਆਂ ਦੇ ਵਿੱਚੋਂ ਕੱਢੇ ਜਾਣੇ ਸੀ। ਤੇ ਫਿਰੋਜ਼ਪੁਰ ਵਾਲੇ ਪਾਸੇ ਤੋਂ, ਫਿਰੋਜ਼ਪੁਰ ਸਾਈਡ ਤੋਂ ਜੋ ਨਗਰ ਕੀਰਤਨ ਕੱਢਿਆ ਜਾਣਾ ਸੀ, ਇਹਦੀ ਤਿਆਰੀ ਵਾਸਤੇ ਮਹਾਂਪੁਰਖਾਂ ਦੀ ਡਿਊਟੀ ਲੱਗੀ ਸੀ। ਬਾਕੀ ਹੋਰ 4 ਪਾਸਿਆਂ ਦੇ ਉੱਤੇ ਹੋਰ ਬਾਕੀ ਸਿੰਘਾਂ ਦੀਆਂ ਡਿਊਟੀਆਂ ਮਹਾਂਪੁਰਖਾਂ ਨੇ ਆਪ ਲਾਈਆਂ ਸੀ ਤੇ ਆਪ ਡਿਊਟੀ ਸੰਭਾਲੀ ਸੀ ਕਿ ਇਧਰਲੇ ਨਗਰਾਂ ਦੇ ਵਿੱਚ ਪ੍ਰਚਾਰ ਕਰਕੇ ਗੁਰੂ ਕੀਆਂ ਸੰਗਤਾਂ ਨੂੰ ਸੁਚੇਤ ਕਰਨਾ ਹੈ ਤੇ ਸਾਰੀ ਤਿਆਰੀ ਕਰਵਾਉਣੀ ਹੈ ਕਿ ਨਗਰ ਕੀਰਤਨ ਇਧਰੋਂ ਆਰੰਭ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ 400 ਸਾਲਾਂ 'ਤੇ ਲੈ ਕੇ ਜਾਇਆ ਜਾਵੇ। ਸੋ ਇਹਨਾਂ ਵੱਖ-ਵੱਖ ਨਗਰਾਂ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਦਿਆਂ ਕਰਦਿਆਂ ਮਹਾਂਪੁਰਖ ਇੱਕ ਦਿਨ ਫਿਰੋਜ਼ਪੁਰ ਦੇ ਨੇੜੇ ਨਗਰ ਹੈ ਝੋਕ ਟਹਿਲ ਸਿੰਘ ਵਾਲਾ, ਝੋਕ ਟਹਿਲ ਸਿੰਘ ਵਾਲਾ ਨਗਰ ਦੇ ਵਿੱਚ ਕਥਾ ਕਰਨ ਗਏ, ਗੁਰਮਤਿ ਦਾ ਪ੍ਰਚਾਰ ਕਰਨ ਗਏ ਗੁਰਸਿੱਖੀ ਦਾ। ਤੇ ਉੱਥੇ ਪ੍ਰਚਾਰ ਕਰਦਿਆਂ ਕਰਦਿਆਂ ਮਹਾਂਪੁਰਖਾਂ ਦੇ ਧਿਆਨ ਵਿੱਚ ਆਇਆ ਕਿ ਸਾਡੇ ਰੋਡੇ ਨਗਰ ਦੇ ਨਾਲ ਦਾ ਪਿੰਡ ਜਿਹੜਾ ਲੰਗੇਆਣਾ ਹੈ, ਲੰਗੇਆਣੇ ਪਿੰਡ ਤੋਂ ਸਾਡੀ ਇੱਥੇ ਰਿਸ਼ਤੇਦਾਰੀ ਹੈ, ਮਾਤਾ ਦਲੀਪ ਕੌਰ ਦੀ ਪੁੱਤਰੀ ਇਸ ਨਗਰ ਦੇ ਵਿੱਚ ਵਿਆਹੀ ਹੋਈ ਹੈ। ਤੇ ਮਹਾਂਪੁਰਖਾਂ ਨੇ ਉਵੇਂ ਹੀ ਪ੍ਰਚਾਰ ਕਰਦਿਆਂ ਕਰਦਿਆਂ ਇੱਦਾਂ ਹੀ ਸਟੇਜ ਤੋਂ ਵਚਨ ਕਰ ਦਿੱਤਾ, ਕਹਿੰਦੇ ਭਾਈ ਲੰਗੇਆਣੇ ਤੋਂ ਮਾਤਾ ਦਲੀਪ ਕੌਰ ਜੀ ਦੀ ਪੁੱਤਰੀ ਜਿਹੜੇ ਸਾਡੇ ਜਾਣਕਾਰ ਹੈ ਉਹ ਇੱਥੇ ਵਿਆਹੇ ਹੋਏ ਹੈ, ਤੇ ਉਹਨਾਂ ਦੇ ਪਰਿਵਾਰ ਵਿੱਚੋਂ ਜੇਕਰ ਕੋਈ ਮੈਂਬਰ ਸੰਗਤ ਵਿੱਚ ਹੋਵੇ ਤਾਂ ਉਹ ਦੀਵਾਨ ਤੋਂ ਬਾਅਦ, ਕਥਾ ਤੋਂ ਬਾਅਦ ਸਾਨੂੰ ਆ ਕੇ ਮਿਲੇ। ਤੇ ਜਿਉਂ ਹੀ ਮਹਾਂਪੁਰਖਾਂ ਨੇ ਇਹ ਵਚਨ ਕੀਤਾ ਤੇ ਭਾਈ ਗੁਰਮੁਖ ਸਿੰਘ ਜੀ ਉਹ ਸੰਗਤ ਵਿੱਚ ਬੈਠੇ ਸਨ ਤੇ ਉਹ ਉੱਠ ਕੇ ਖੜੇ ਹੋ ਗਏ। ਉਹਨਾਂ ਨੇ ਆਖਿਆ ਜੀ ਅਸੀਂ ਉਹਨਾਂ ਦੇ ਰਿਸ਼ਤੇਦਾਰ ਹਾਂ, ਮਾਤਾ ਦਲੀਪ ਕੌਰ ਜੀ ਦੇ। ਮਹਾਂਪੁਰਖੋ ਹੁਕਮ ਕਰੋ। ਮਹਾਂਪੁਰਖ ਕਹਿੰਦੇ ਭਾਈ ਰਿਸ਼ਤੇਦਾਰੀ ਵਿੱਚ ਆਏ ਆ ਤੇ ਤੁਹਾਡੇ ਘਰ ਜਲ ਪਾਣੀ ਛਕਾਂਗੇ, ਦੁੱਧ ਛਕਾਂਗੇ, ਜਾ ਕੇ ਤਿਆਰੀ ਕਰੋ। ਇੱਧਰ ਮਹਾਂਪੁਰਖਾਂ ਨੇ ਦੀਵਾਨ ਦੀ ਸਮਾਪਤੀ ਕੀਤੀ, ਉੱਧਰ ਭਾਈ ਗੁਰਮੁਖ ਸਿੰਘ ਜੀ ਆਪਣੇ ਘਰ ਚਲੇ ਗਏ, ਘਰ ਜਾ ਕੇ ਤਿਆਰੀ ਕੀਤੀ। ਦੀਵਾਨ ਦੀ ਸਮਾਪਤੀ ਤੋਂ ਬਾਅਦ ਮਹਾਂਪੁਰਖ ਸੰਗਤਾਂ ਦੇ ਸਮੇਤ, ਜਥੇ ਦੇ ਸਿੰਘਾਂ ਦੇ ਸਮੇਤ ਇਹ ਭਾਈ ਗੁਰਮੁਖ ਸਿੰਘ ਦੇ ਘਰ ਪਹੁੰਚ ਗਏ। ਘਰ ਗਏ, ਪੰਗਤਾਂ ਲੱਗ ਗਈਆਂ, ਬਾਹਰ ਸਾਰੀ ਸੰਗਤ ਬੈਠ ਗਈ ਤੇ ਮਹਾਂਪੁਰਖਾਂ ਨੂੰ ਅੰਦਰ ਇੱਕ ਕਮਰੇ ਦੇ ਵਿੱਚ ਬਿਠਾ ਲਿਆ। ਪਰਿਵਾਰ ਨੇ ਸ਼ਰਧਾ ਭਾਵਨਾ ਦੇ ਨਾਲ ਸਾਰੀ ਸੰਗਤ ਨੂੰ ਦੁੱਧ ਵਰਤਾ ਦਿੱਤਾ ਗਿਆ ਤੇ ਮਹਾਂਪੁਰਖਾਂ ਨੂੰ ਵੀ ਇੱਕ ਛੰਨੇ ਦੇ ਵਿੱਚ ਪਾ ਕੇ ਦੁੱਧ ਮਾਤਾ ਸੁਖਦੇਵ ਕੌਰ ਨੇ, ਜੋ ਮਾਤਾ ਦਲੀਪ ਕੌਰ ਦੇ ਪੁੱਤਰੀ ਸਨ, ਉਹਨਾਂ ਨੇ ਫੜਾਇਆ। ਮਹਾਂਪੁਰਖਾਂ ਨੇ ਇਸ ਤਰ੍ਹਾਂ ਪਰਨੇ ਦੇ ਨਾਲ ਆਪਣੇ ਹੱਥ ਦੇ ਉੱਤੇ ਪਰਨਾ ਰੱਖ ਕੇ ਤੇ ਦੁੱਧ ਦਾ ਛੰਨਾ ਫੜ ਲਿਆ। ਕੁਝ ਦੇਰ ਤੱਕ ਇੱਦਾਂ ਰੱਖ ਕੇ ਤੇ ਕੁਝ ਸੋਚਣ ਲੱਗ ਪਏ। ਮਾਤਾ ਸੁਖਦੇਵ ਕੌਰ ਨੇ ਬੇਨਤੀ ਕੀਤੀ, ਮਹਾਂਪੁਰਖੋ ਸੰਤ ਜੀ ਦੁੱਧ ਠੰਡਾ ਹੋ ਰਿਹਾ ਹੈ ਤੇ ਆਪ ਜੀ ਛਕੋ, ਛਕਦੇ ਕਿਉਂ ਨਹੀਂ? ਮਹਾਂਪੁਰਖ ਕੁਝ ਗੰਭੀਰ ਜੇ ਹੋ ਗਏ, ਉਸੇ ਤਰ੍ਹਾਂ ਛੰਨਾ ਇੱਦਾਂ ਹੱਥ ਦੇ ਉੱਤੇ ਰੱਖਿਆ ਹੋਇਆ ਹੈ ਤੇ ਕਹਿਣ ਲੱਗੇ ਜੀ ਤੁਹਾਡੇ ਘਰ ਦੇ ਵਿੱਚ ਮੈਨੂੰ ਇਉਂ ਲੱਗਦਾ ਵੀ ਕੋਈ ਤੰਬਾਕੂ ਦੀ ਵਰਤੋਂ ਕਰਦਾ ਹੈ।
ਜਦੋਂ ਮਹਾਂਪੁਰਖਾਂ ਨੇ ਇਹ ਬਚਨ ਕੀਤੇ ਤੇ ਸਾਰਾ ਪਰਿਵਾਰ ਇੱਕਦਮ ਚੁੱਪ ਹੋ ਗਿਆ, ਕੋਈ ਬੋਲਿਆ ਨਾ। ਮਹਾਂਪੁਰਖਾਂ ਨੇ ਫੇਰ ਬਚਨ ਕੀਤਾ, ਕਹਿੰਦੇ ਭਾਈ ਦੱਸੋ ਤੁਹਾਡੇ ਘਰ ਵਿੱਚ ਕੋਈ ਤੰਬਾਕੂ ਵਰਤਦਾ? ਤਾਂ ਉਸ ਵੇਲੇ ਇਹ ਭਾਈ ਗੁਰਮੁਖ ਸਿੰਘ ਦੇ ਪਿਤਾ ਮੇਜਰ ਸਿੰਘ ਜੀ ਉਹ ਹੱਥ ਜੋੜ ਕੇ ਮਹਾਂਪੁਰਖਾਂ ਦੇ ਅੱਗੇ ਖੜੇ ਹੋ ਗਏ। ਕਹਿੰਦੇ ਮਹਾਂਪੁਰਖੋ ਮੈਂ ਕਦੇ ਕਦਾਈ ਤੰਬਾਕੂ ਦੀ ਵਰਤੋਂ ਕਰ ਲੈਂਦਾ। ਤੇ ਮਹਾਂਪੁਰਖਾਂ ਨੇ ਉਸ ਵੇਲੇ ਜਿਹੜਾ ਉਹ ਦੁੱਧ ਦਾ ਬਾਟਾ ਸੀ, ਦੁੱਧ ਦਾ ਛੰਨਾ ਸੀ, ਮਾਤਾ ਸੁਖਦੇਵ ਕੌਰ ਨੂੰ ਵਾਪਸ ਫੜਾ ਦਿੱਤਾ। ਕਹਿੰਦੇ ਭਾਈ ਫਿਰ ਇੱਥੇ ਦੁੱਧ ਛਕਣਾ ਯੋਗ ਨਹੀਂ ਹੈ। ਉਹ ਕਹਿੰਦੇ ਮਹਾਂਪੁਰਖੋ ਅਸੀਂ ਬੜੀ ਸ਼ਰਧਾ ਭਾਵਨਾ ਦੇ ਨਾਲ ਆਏ ਹਾਂ, ਚਲੋ ਗਲਤੀ ਹੋ ਗਈ ਸਾਡੇ ਤੋਂ ਤੇ ਅਸੀਂ ਅੱਗੇ ਤੋਂ ਨਹੀਂ ਵਰਤਾਂਗੇ ਤੇ ਆਪ ਜੀ ਕਿਰਪਾ ਕਰੋ ਦੁੱਧ ਛਕ ਲਵੋ। ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਛਕਾਂਗੇ ਜ਼ਰੂਰ, ਪਰ ਜਦੋਂ ਤੁਸੀਂ ਆ ਤੰਬਾਕੂ ਦਾ ਤਿਆਗ ਕਰ ਦਿਓਗੇ, ਤਿਆਰ ਬਰ ਤਿਆਰ ਗੁਰੂ ਕੇ ਸਿੰਘ ਸਿੰਘਣੀਆਂ ਸਾਜ ਜਾਓਗੇ ਨਾ ਅੰਮ੍ਰਿਤ ਛਕ ਕੇ, ਫਿਰ ਤੁਹਾਡੇ ਘਰ ਆਵਾਂਗੇ, ਤੁਹਾਡੇ ਨਾਲ ਵਾਅਦਾ ਰਿਹਾ, ਬਚਨ ਰਿਹਾ, ਅਸੀਂ ਤੁਹਾਡੇ ਘਰ ਦੁੱਧ ਜ਼ਰੂਰ ਛਕ ਕੇ ਜਾਵਾਂਗੇ। ਸੋ ਉਸ ਤੋਂ ਬਾਅਦ ਮਹਾਂਪੁਰਖ ਉਸ ਘਰੋਂ ਚਲੇ ਗਏ। ਇਹ ਸਾਰੇ ਪਰਿਵਾਰ ਨੇ ਪੰਜ ਪਿਆਰਿਆਂ ਦੇ ਪਾਸੋਂ ਗੁਰੂ ਕੀ ਹਜ਼ੂਰੀ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ। ਤਿਆਰ ਬਾਰ ਤਿਆਰ ਸਿੰਘ ਸਜੇ, ਨਿਤਨੇਮੀ ਬਣੇ। ਕਾਫੀ ਸਮਾਂ ਲੰਘ ਗਿਆ। ਜਦੋਂ ਲਾਲਾ ਜਗਤ ਨਾਰਾਇਣ ਦਾ ਕਤਲ ਹੁੰਦਾ ਹੈ, ਜਗਬਾਣੀ ਵਾਲੇ ਜਿਹੜਾ ਹੈਗਾ ਸੀਗਾ ਅਖਬਾਰ ਵਾਲਾ, ਸੋ ਉਸ ਦੇ ਕਤਲ ਦੇ ਸਬੰਧ ਦੇ ਵਿੱਚ ਚੰਦੋ ਕਲਾਂ ਵਿਖੇ ਮਹਾਂਪੁਰਖਾਂ ਦੇ ਜਥੇ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ। ਬੱਸਾਂ ਗੁਰਬਾਣੀ ਦੀਆਂ ਪੋਥੀਆਂ ਸਾੜੀਆਂ ਜਾਂਦੀਆਂ, ਅਗਨ ਭੇਟ ਕਰ ਦਿੱਤੀਆਂ ਜਾਂਦੀਆਂ, ਗੋਲੀ ਚੱਲਦੀ ਹੈ, ਸਿੰਘਾਂ ਦੀ ਬੇਤਹਾਸ਼ਾ ਕੁੱਟ ਹੁੰਦੀ ਆ, ਸਾਰੇ ਨਗਰ ਦੀ ਤਲਾਸ਼ੀ ਲਈ ਜਾਂਦੀ ਹੈ। ਉਸ ਤੋਂ ਬਾਅਦ ਮਹਾਂਪੁਰਖਾਂ ਦੀ ਮਹਿਤਾ ਚੌਂਕ ਤੋਂ ਦਮਦਮੀ ਟਕਸਾਲ ਦੇ ਹੈੱਡਕੁਆਟਰ ਤੋਂ ਗ੍ਰਿਫਤਾਰੀ ਹੁੰਦੀ ਹੈ। ਗ੍ਰਿਫਤਾਰੀ ਤੋਂ ਬਾਅਦ ਮਹਾਂਪੁਰਖਾਂ ਨੂੰ ਫਿਰੋਜ਼ਪੁਰ ਜੇਲ੍ਹ ਭੇਜਿਆ ਜਾਂਦਾ ਹੈ। ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ ਮਹਾਂਪੁਰਖ 20-25 ਦਿਨਾਂ ਬਾਅਦ ਜਦੋਂ ਰਿਹਾ ਹੋ ਜਾਂਦੇ ਆ, ਬਾ ਇੱਜ਼ਤ, ਕੋਈ ਦੋਸ਼ ਸਾਬਤ ਨਹੀਂ ਹੁੰਦਾ ਉਹਨਾਂ 'ਤੇ, ਤਾਂ ਉਸ ਵੇਲੇ ਮਹਾਂਪੁਰਖਾਂ ਨੇ ਪੂਰੇ ਪੰਜਾਬ ਦੇ ਵਿੱਚ ਫਿਰ ਇੱਕ ਧੰਨਵਾਦੀ ਦੌਰਾ ਰੱਖਿਆ। ਅਤੇ ਧੰਨਵਾਦੀ ਦੌਰੇ ਦੇ ਦੌਰਾਨ ਮਹਾਂਪੁਰਖ ਜਦੋਂ ਇਹ ਫਿਰੋਜ਼ਪੁਰ ਵਾਲੇ ਇਲਾਕੇ ਦੇ ਵਿੱਚੋਂ ਦੀ ਲੰਘੇ ਗੁਜ਼ਰੇ ਨਾ, ਉਸ ਇਲਾਕੇ ਵਿੱਚੋਂ ਸੰਗਤਾਂ ਸਮੇਤ, ਤਾਂ ਉਸ ਵੇਲੇ ਮਹਾਂਪੁਰਖ ਫਿਰ ਇਹਨਾਂ ਦੇ ਘਰ ਗਏ। ਭਾਈ ਗੁਰਮੁਖ ਸਿੰਘ ਦੇ, ਭਾਈ ਮੇਜਰ ਸਿੰਘ ਦੇ ਘਰ ਗਏ। ਇਹਨਾਂ ਨੂੰ ਤਿਆਰ ਬਰ ਤਿਆਰ ਰਹਿਤ ਮਰਿਆਦਾ ਵਿੱਚ ਪ੍ਰਪੱਕ ਨਿਤਨੇਮੀ ਦੇਖ ਕੇ ਬੜੇ ਪ੍ਰਸੰਨ ਹੋਏ, ਖੁਸ਼ ਹੋਏ ਅਤੇ ਕਹਿੰਦੇ ਭਾਈ ਤੁਹਾਡੇ ਨਾਲ ਬਚਨ ਕੀਤਾ ਸੀ ਕਿ ਤੁਹਾਡੇ ਘਰ ਦਾ ਦੁੱਧ ਛਕਾਂਗੇ ਜਦੋਂ ਤੁਸੀਂ ਤਿਆਰ ਬਰ ਤਿਆਰ ਹੋ ਗਏ। ਹੁਣ ਤੁਹਾਡੇ 'ਤੇ ਕਲਗੀਆਂ ਵਾਲੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਕਿਰਪਾ ਹੋ ਗਈ, ਤੁਸੀਂ ਉਹਨਾਂ ਦੇ ਪੁੱਤਰ ਪੁੱਤਰੀਆਂ ਬਣ ਗਏ ਹੋ, ਕੁਰੀਤੀਆਂ ਦਾ ਤਿਆਗ ਕਰ ਦਿੱਤਾ ਹੈ, ਰਹਿਤ ਮਰਿਆਦਾ ਵਿੱਚ ਪ੍ਰਪੱਕ ਹੋ ਗਏ, ਨਿਤਨੇਮੀ ਹੋ ਗਏ ਹੋ, ਅੱਜ ਤੁਹਾਡੇ ਘਰ ਅਸੀਂ ਜਲ ਪਾਣੀ ਛਕਣਾ। ਫਿਰ ਮਹਾਂਪੁਰਖ ਉਸ ਘਰ ਦੇ ਵਿੱਚ ਜਲ ਪਾਣੀ ਛਕ ਕੇ ਗਏ ਸਨ। ਅਤੇ ਗੁਰਮੁਖ ਪਿਆਰਿਓ, ਇੱਕ ਗੱਲ ਹੋਰ ਵੀ ਚੇਤੇ ਰਹੇ ਕਿ ਮਹਾਂਪੁਰਖ 1977 ਵਿੱਚ ਉਹਨਾਂ ਦੇ ਘਰ ਜਿਸ ਕਮਰੇ ਵਿੱਚ ਠਹਿਰੇ ਸਨ ਨਾ, ਉਹਨਾਂ ਨੇ ਸਾਰਾ ਘਰ ਢਾਹ ਕੇ ਨਵੀਂ ਕੋਠੀ ਪਾ ਲਈ ਹੈ, ਪਰ ਉਹ ਕਮਰਾ ਉਹਨਾਂ ਨੇ ਇੰਨ-ਬਿੰਨ ਸਾਂਭ ਕੇ ਰੱਖਿਆ ਅਤੇ ਅੱਜ ਉਹਨਾਂ ਦਾ ਸਾਰਾ ਪਰਿਵਾਰ, ਅੱਗੇ ਬੱਚੇ ਬੱਚੀਆਂ, ਨੂੰਹਾਂ, ਉਹ ਸਾਰੇ ਹੀ ਉਹਨਾਂ ਦੇ ਜਿਹੜੇ ਅੰਮ੍ਰਿਤਧਾਰੀ ਹੈ, ਨਿਤਨੇਮੀ ਹੈ, ਬੀਬੀਆਂ ਦਸਤਾਰਾਂ ਸਜਾਉਂਦੀਆਂ, ਕੀਰਤਨ ਕਰਦੇ ਆ, ਸਾਰਾ ਪਰਿਵਾਰ ਰਲ ਕੇ। ਉਹ ਮਾਤਾ ਸੁਖਦੇਵ ਕੌਰ ਦੇ ਪੁੱਤਰ ਭਾਈ ਦਵਿੰਦਰ ਸਿੰਘ, ਭਾਈ ਕੁਲਵੰਤ ਸਿੰਘ ਅਤੇ ਅੱਗੇ ਉਹਨਾਂ ਦੇ ਬੱਚੇ ਬੱਚੀਆਂ ਸਾਰੇ, ਉਹ ਰਲ ਕੇ ਨਾ ਉਸ ਕਮਰੇ ਦੇ ਵਿੱਚ ਜਿੱਥੇ ਮਹਾਂਪੁਰਖ ਬੈਠੇ ਸਨ, ਉੱਥੇ ਬਹਿ ਕੇ ਨਿਤਨੇਮ ਕਰਦੇ ਆ। ਸੋ ਦੇਖੋ, ਮਹਾਂਪੁਰਖ ਉਹਨਾਂ ਦੇ ਘਰ ਗਏ, ਗੁਰੂ ਕਾ ਸਿੱਖ ਉਹਨਾਂ ਦੇ ਘਰ ਤਿਆਰ ਬਰ ਤਿਆਰ ਗੁਰੂ ਕਾ ਖਾਲਸਾ ਗਿਆ ਅਤੇ ਉਹਨਾਂ ਨੂੰ ਚੰਗੀ ਗੱਲ ਦੱਸੀ ਤਰਨ ਵਾਲੀ, ਕਿਉਂਕਿ ਇੱਥੇ ਕਥਾ ਵਿੱਚ ਬਚਨ ਆਏ ਸਨ ਨਾ, ਮੈਨੂੰ ਪ੍ਰਮਾਣ ਚੇਤੇ ਆ ਗਿਆ ਤਾਂ ਕਰਕੇ। ਸੋ ਗੁਰੂ ਕਾ ਸਿੱਖ ਜਿਹੜਾ ਹੈ, ਸਤਿਗੁਰ ਸੱਚੇ ਪਾਤਸ਼ਾਹ ਹਮੇਸ਼ਾ ਕਹਿੰਦੇ ਤਰਨ ਵਾਲਾ ਹੀ ਬਚਨ ਕਹਿੰਦੇ ਦੂਜੀਆਂ ਸੰਗਤਾਂ ਦੇ ਨਾਲ, ਗੁਰਸਿੱਖਾਂ ਦੇ ਨਾਲ ਕਰੇ, ਜਿਹਦੇ ਨਾਲ ਪਾਰ ਉਤਾਰਾ ਹੋਵੇ। ਜਿਵੇਂ ਮਹਾਂਪੁਰਖਾਂ ਨੇ ਕੀਤਾ ਕਿ ਭਾਈ ਇਹ ਤੰਬਾਕੂ ਛੱਡ ਦਿਓ, ਇਹ ਜਗਤ ਝੂਠ ਹੈ। ਸਤਿਗੁਰਾਂ ਦੀ ਰਹਿਤ ਮਰਿਆਦਾ ਦੇ ਬਚਨ ਮਹਾਂਪੁਰਖਾਂ ਨੇ ਦੱਸੇ ਕਿ ਗੁਰਸਿੱਖੀ ਕੀ ਰਹਿਤ ਹੈ, ਤਜੇ ਤੰਬਾਕੂ ਸੰਗ, ਮਰਨੀ ਮਰੇ ਤੋਂ ਅਤ ਭਲਾ, ਜਗਤ ਝੂਠ ਨਹਿ ਅੰਗ। ਗੁਰੂ ਕਾ ਸਿੱਖ ਜਗਤ ਝੂਠ ਨੂੰ ਅੰਗੀਕਾਰ ਨਾ ਕਰੇ, ਕਦੇ ਤੰਬਾਕੂ ਨੂੰ ਹੱਥ ਨਾ ਲਾਵੇ। ਤਾਂ ਮਹਾਂਪੁਰਖਾਂ ਦੇ ਇੱਕ ਬਚਨ ਦੇ ਨਾਲ ਉਹ ਪਰਿਵਾਰ ਐਸਾ ਜੁੜਿਆ ਕਿ ਅੱਜ ਗੁਰਸਿੱਖੀ ਦੇ ਵਿੱਚ ਪ੍ਰਪੱਕ ਨੇ ਅਤੇ ਮਹਾਂਪੁਰਖਾਂ ਦੀ ਯਾਦ ਨੂੰ ਉਵੇਂ ਸਾਂਭ ਕੇ ਰੱਖਿਆ ਹੋਇਆ। ਫਿਰੋਜ਼ਪੁਰ ਦੇ ਵਿੱਚ ਨਗਰ ਹੈ ਝੋਕ ਟਹਿਲ ਸਿੰਘ ਵਾਲਾ, ਜੇ ਕਦੇ ਤੁਹਾਡਾ ਕਿਸ ਦਾ ਚੱਕਰ ਲੱਗੇ ਉਧਰ ਨੂੰ ਜਾਣ ਦਾ, ਅਤੇ ਦਰਸ਼ਨ ਕਰਕੇ ਆਇਓ। ਮਹਾਂਪੁਰਖ ਜਿਸ
ਕਮਰੇ ਦੇ ਵਿੱਚ ਬੈਠੇ ਸਨ। ਅੱਜ ਉਹਨਾਂ ਦਾ ਉਹ ਪੂਜਾ ਰੂਮ ਬਣਿਆ ਹੋਇਆ, ਨਿਤਨੇਮ ਕਰਨ ਵਾਲਾ ਕਮਰਾ। ਸੋ ਇਸ ਪ੍ਰਕਾਰ ਗੁਰੂ ਕਾ ਸਿੱਖ ਹਮੇਸ਼ਾ ਹੀ ਐਸੇ ਵਚਨ ਕਰਦਾ ਜਿਨ੍ਹਾਂ ਦੇ ਨਾਲ ਦੂਜਿਆਂ ਦਾ ਪਾਰ ਉਤਾਰਾ ਹੋਵੇ। ਕੋਈ ਡੁੱਬਣ ਵਾਲਾ ਕੋਈ ਐਸਾ ਵਚਨ ਨਹੀਂ ਕਰਦਾ ਜਿਹਦੇ ਨਾਲ ਕੋਈ ਗਲਤ ਰਸਤੇ ਚੱਲੇ। ਹਾਂ, ਜਿਹਦੀ ਸਮਤਾ ਸਮਦ੍ਰਿਸ਼ਟੀ ਹੋ ਗਈ, ਭਾਈ ਕਨ੍ਹਈਆ ਜੀ ਵਾਂਗ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿਹਨੂੰ ਹਰ ਪਾਸੇ ਹਰ ਇੱਕ ਦੇ ਵਿੱਚੋਂ, ਚਾਹੇ ਕੋਈ ਤੁਰਕ ਸੀ, ਚਾਹੇ ਸਿੱਖ ਸੀ, ਚਾਹੇ ਕੋਈ ਹਿੰਦੂ ਸੀ, ਸਾਰਿਆਂ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਿਖਾਈ ਦੇਣ ਲੱਗ ਪਏ ਸਨ ਨਾ ਭਾਈ ਕਨ੍ਹਈਆ ਜੀ ਨੂੰ। ਬਿਨਾਂ ਕਿਸੇ ਵਿਤਕਰੇ ਤੋਂ ਜਲ ਛਕਾਰਿਆ ਸੀ। ਸੋ ਐਸਾ ਕਹਿੰਦੇ ਗੁਰੂ ਕੇ ਸਿੱਖ ਦਾ ਜੀਵਨ ਹੋਵੇ, ਸਮਤਾ ਸਮਦ੍ਰਿਸ਼ਟਾ ਹੋ ਜਾਵੇ, ਹਰ ਇੱਕ ਦੇ ਵਿੱਚੋਂ ਉਹਨੂੰ ਵਾਹਿਗੁਰੂ ਦਾ ਸਰੂਪ ਨਜ਼ਰ ਆਵੇ, ਔਰ ਨਮਤਾ ਨਿਮਰਤਾ ਉਹਦੇ ਵਿੱਚ ਆ ਜਾਵੇ। ਇਹ ਨਹੀਂ ਵੀ ਕਿ ਗੁਣਵਾਨ ਹੋ ਕੇ ਹੰਕਾਰੀ ਹੋ ਜਾਵੇ। ਜਿਵੇਂ ਦਰਖਤ ਨੂੰ ਜਦੋਂ ਬਹੁਤ ਭਾਰੀ ਫਲ ਲੱਗ ਜਾਣ ਨਾ ਤੇ ਉਹ ਨੀਵਾਂ ਹੋ ਜਾਂਦਾ, ਐਵੇਂ ਗੁਰੂ ਕਾ ਸਿੱਖ ਗੁਣਾਂ ਦੇ ਹੁੰਦਿਆਂ ਹੋਇਆਂ ਵੀ ਨਿਮਰਤਾਵਾਨ ਹੋਵੇ ਔਰ ਬੰਕਤਾ। ਸੋ ਇਸੇ ਪ੍ਰਕਾਰ ਕਹਿੰਦੇ ਸਰਲਤਾ ਹੋਵੇ ਉਹਦੇ ਬਚਨਾਂ ਵਿੱਚ, ਕਠੋਰਤਾ ਨਾ ਹੋਵੇ। ਸਿਦਕ ਸਾਬਤੀ ਜਾਹੇ, ਜਿਹੜਾ ਇਸ ਪ੍ਰਕਾਰ ਗੁਰੂ ਕੇ ਸਿੱਖੀ ਸਿਦਕ ਦੇ ਉੱਤੇ ਸਾਬਤ ਰਹਿੰਦਾ ਹੈ, ਪਰਪੱਕ ਰਹਿੰਦਾ ਹੈ। ਸਤਿਗੁਰੂ ਜੀ ਕਹਿੰਦੇ ਉਹ ਤਾਂ ਮੇਰਾ ਪਿਆਰਾ ਹੈ ਤੇ ਉਹਦਾ ਮੇਰੇ ਵਿੱਚ ਮਿਲਾਪ ਹੋ ਜਾਂਦਾ ਹੈ, ਉਹ ਮੇਰਾ ਹੀ ਸਰੂਪ ਹੋ ਜਾਂਦਾ। ਖਾਲਸਾ ਮੇਰੋ ਰੂਪ ਹੈ ਖਾਸ। ਉਹ ਐਸਾ ਜਿਹੜਾ ਗੁਰੂ ਕਾ ਸਿੱਖ ਇਹਨਾਂ ਔਗੁਣਾਂ ਦਾ ਤਿਆਗ ਕਰ ਦਿੰਦਾ ਹੈ, ਕਹਿੰਦੇ ਉਹ ਮੇਰਾ ਹੋ ਜਾਂਦਾ ਹੈ। ਮਨ ਤਨ ਮੋਹਿ ਤਿਸ ਆਹੇ, ਮੇਰਾ ਤਾਂ ਕਹਿੰਦੇ ਮਨ ਤਨ ਸਭ ਕੁਝ ਹੀ ਕਹਿੰਦੇ ਉਸ ਗੁਰੂ ਕੇ ਸਿੱਖ ਦਾ ਹੈ। ਮੋਰ ਗ੍ਰਹਿ ਮੈਂ ਮਨ ਤੇ ਧਨ ਤੇ ਸਿਰ ਲਓ, ਧਨ ਸਭ ਹੈ ਸਭ ਇਨਹੀ ਕੋ। ਸਤਿਗੁਰ ਸੱਚੇ ਪਾਤਸ਼ਾਹ ਨੂੰ ਇੰਨੀਆਂ ਬਖਸ਼ਿਸ਼ਾਂ ਕਰ ਦਿੰਦੇ ਆ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੂੰ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ, ਹਉ ਖਾਲਸੇ ਕੇ ਸਦ ਸਦ ਸੰਗਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ। ਕਹਿੰਦੇ ਮੇਰਾ ਸਭ ਕੁਝ ਹੀ ਉਸ ਖਾਲਸੇ ਦਾ ਹੈ। ਹਾਂ, ਕਹਿੰਦੇ ਜਿਹਨੂੰ ਮਰਨਾ ਹੀ ਭੁੱਲ ਗਿਆ, ਮਰਨ ਦਾ ਸੰਸਾ ਹੀ ਨਹੀਂ ਜਿਹੜੇ ਬੰਦੇ ਨੂੰ, ਤੇ ਜੀਵ ਨਾ ਲੀਨਾ ਨਾਮ, ਤੇ ਹਮੇਸ਼ਾ ਹੀ ਸਮਝਦਾ ਮੈਂ ਜਿਉਂਦਾ ਹੀ ਰਹਿਣਾ ਹੈ, ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਦਾ। ਤੇ ਸਾਰੇ ਦੋਸ਼ ਬਿਨਾਂ ਕਿਸੇ ਸ਼ੰਕੇ ਦੇ, ਸਾਰੇ ਦੋਸ਼ ਉਹਦੇ ਵਿੱਚ, ਸਾਰੇ ਦੋਸ਼ਾਂ ਦੇ ਵਿੱਚ ਜਿਹੜਾ ਖਚਤ ਰਹਿੰਦਾ ਹੈ, ਔਗਣੀ ਔਗਣ ਕਰਦਾ ਰਹਿੰਦਾ, ਭੈੜੀਆਂ ਕੁਰੀਤੀਆਂ ਕਰਦਾ, ਤੇ ਮੋਹ ਵਿੱਚ ਪੈ ਕੇ ਜਿਹਨੇ ਆਪਣੇ ਇਹ ਮਨੁੱਖਾ ਜਨਮ ਨੂੰ ਸਫਲਾ ਕਰਨ ਵਾਲਾ ਸਾਰਾ ਕੰਮ ਹੀ ਵਿਗਾੜ ਲਿਆ ਹੈ। ਕਹਿੰਦੇ ਉਹ ਬਹੁਤ ਮਾੜਾ ਬੰਦਾ ਹੈ, ਬਹੁਤ ਭੈੜਾ ਹੈ, ਬੁਰਾ ਹੈ। ਇਸੇ ਪ੍ਰਕਾਰ ਕਹਿੰਦੇ ਖਾਧੇ ਕੀ ਉਪਮਾ ਬੁਰੀ, ਜਿਹੜਾ ਕਹਿੰਦੇ ਖਾ ਪੀ ਕੇ ਤੇ ਕਿਸੇ ਦੀ ਝੂਠੀ ਖੁਸ਼ਾਮਦ ਕਰਦਾ, ਉਪਮਾ ਕਰਦਾ, ਕਹਿੰਦੇ ਉਹ ਵੀ ਬੁਰੀ ਗੱਲ ਹੈ। ਬੁਰੀ ਖੁਸ਼ਾਮਦ ਨਿਤ, ਤੇ ਜਿਹੜਾ ਕਹਿੰਦਾ ਐਵੇਂ ਕਿਸੇ ਨੂੰ ਪੰਪ ਮਾਰਦਾ, ਖੁਸ਼ਾਮਦ ਕਰਦਾ, ਬਿਨਾਂ ਗੱਲ ਤੋਂ ਕਿਸੇ ਦੀ ਉਸਤਤ ਕਰਦਾ ਹੈ, ਕਹਿੰਦੇ ਉਹ ਵੀ ਮਾੜਾ ਹੈ। ਇਹ ਨੀਤੀ ਦਾ ਵਚਨ ਜਾਣੋ। ਕਹਿੰਦੇ ਐਸੇ ਮਨੁੱਖ ਤੋਂ ਬਚ ਕੇ ਰਹਿਣਾ ਚਾਹੀਦਾ, ਜਿਹੜਾ ਕਹਿੰਦੇ ਖਾ ਪੀ ਕੇ ਉਸਤਤ ਕਰਦਾ ਹੈ ਤੇ ਐਵੇਂ ਬਿਨਾਂ ਗੱਲ ਤੋਂ ਤੁਹਾਡੀ ਖੁਸ਼ਾਮਦ ਕਰਦਾ, ਚਮਚਾਗਿਰੀ ਕਰਦਾ ਹੈ। ਕਹਿੰਦੇ ਬਹੁਤਾ ਬੇਲੋੜਾ ਬੋਲਣਾ ਜਿਹੜਾ ਨਾ, ਕਹਿੰਦੇ ਇਹ ਵੀ ਬਹੁਤ ਮਾੜਾ ਹੈ, ਬਹੁਤ ਬੁਰੀ ਆਦਤ ਹੈ। ਬਿਨਾਂ ਗੱਲ ਤੋਂ ਬੋਲਦੇ ਰਹਿਣਾ, ਐਵੇਂ ਬਕਵਾਸ ਕਰਦੇ ਰਹਿਣਾ, ਤੇ ਬੁਰਾ ਪਰਬਤੀ ਮਿੱਤ, ਜਿਹੜਾ ਪਹਾੜੀਆ ਨਾ ਕਹਿੰਦੇ ਉਹਦੇ ਨਾਲ ਮਿੱਤਰਤਾ ਵੀ ਮਾੜੀ ਹੈ। ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਜਦੋਂ ਗੁਰੂ ਕੇ ਲੰਗਰ ਦਾ ਨਗਾਰਾ ਵੱਜਦਾ ਸੀ ਨਾ, ਤੇ ਪਹਾੜੀਏ ਅਨੰਦਪੁਰ ਸਾਹਿਬ ਦੇ ਨੇੜੇ ਨੇੜੇ ਪਹਾੜਾਂ 'ਚੋਂ ਆ ਕੇ ਲੰਗਰ ਛਕ ਜਾਂਦੇ ਸੀ, ਤੇ ਬਾਅਦ ਵਿੱਚ ਗੁਰੂ ਕੇ ਵਿਰੋਧੀ ਬਣ ਕੇ ਖੜ ਜਾਂਦੇ ਸੀ। ਤੇ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬੁਰਾ ਪਰਬਤੀ ਮਿੱਤ, ਜਿਹੜਾ ਕਹਿੰਦੇ ਪਹਾੜੀਆ ਨਾ, ਇੱਕ ਵਚਨ ਆਉਂਦਾ ਕਹਿੰਦੇ ਪਰਬਤੀ ਮਿੱਤ ਕਿਸਕੇ ਭਾਤ ਖਾਏ ਖਿਸਕੇ। ਕਹਿੰਦੇ ਪਹਾੜੀਏ ਕਹਿੰਦੇ ਕਿਹਦੇ ਮਿੱਤਰ ਹੈ, ਤਾਂ ਭਾਤ ਖਾਏ ਚੌਲ ਖਾ ਕੇ ਕਹਿੰਦੇ ਖਿਸਕ ਜਾਂਦੇ ਆ ਗੁਰੂ ਕੇ ਲੰਗਰ 'ਚ। ਪਰਬਤੀ ਮਿੱਤ ਕਿਸਕੇ ਭਾਤ ਖਾਏ ਖਿਸਕੇ, ਚੌਲ ਖਾ ਕੇ ਖਿਸਕ ਜਾਂਦੇ। ਇਸ ਕਰਕੇ ਕਹਿੰਦੇ ਜਿਹੜਾ ਪਰਬਤੀ ਦੇ ਨਾਲ ਮਿੱਤਰਤਾ ਕਰਨੀ ਆ ਪਹਾੜੀਏ ਨਾਲ, ਤੇ ਕਹਿੰਦੇ ਉਹ ਵੀ ਬੁਰੀ ਹੈ, ਉਹ ਮਿੱਤਰਤਾ ਵੀ ਨਹੀਂ ਕਰਨੀ ਚਾਹੀਦੀ। ਬੁਰਾ ਬਹੁਤ ਬੋਲਣ ਅਧਿਕ,
ਤੇ ਬੇਲੋੜਾ ਜਿਹੜਾ ਬੋਲਣਾ, ਬਿਨਾਂ ਗੱਲ ਤੋਂ ਬੋਲੇ ਜਾਣਾ, ਕਹਿੰਦੇ ਉਹ ਵੀ ਬਹੁਤ ਮਾੜਾ ਹੈ। ਇੱਕ ਦਿਨ ਪਹਿਲਾਂ ਵੀ ਬਚਨ ਆਪਾਂ ਇਹ ਸਰਵਣ ਕੀਤਾ ਸੀ ਕਿ ਧਰਮ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਬਿਨਾਂ ਬੁਲਾਏ ਉੱਤਰ ਕਰੇ ਐਸਾ ਨਰ ਹੈ ਜੋਏ, 30 32 ਦੋ ਹਰੇ ਮਾਨ ਲੀਜੀਐ ਸੋਏ। ਕਹਿੰਦਾ ਬਿਨਾਂ ਬੁਲਾਏ ਬੋਲੀ ਜਾਵੇ, ਜਿਹੜਾ ਬਕਵਾਸ ਕਰਦਾ ਰਹੇ, ਐਸਾ ਜਿਹੜਾ ਮਨੁੱਖ ਹੈ, ਕਹਿੰਦੇ 30 32 ਦੋ ਹਰੇ, 30 ਅਤੇ 32 62 ਹੋ ਗਏ ਨਾ, 2 ਹਰੇ 2 ਘਟਾ ਦਿੱਤੇ, 62 ਦੇ ਵਿੱਚੋਂ ਬਾਕੀ ਰਹਿ ਗਏ 60। ਐਸਾ ਨਰ ਹੈ ਜੋਏ, ਕਹਿੰਦੇ ਉਹ ਮਨੁੱਖ ਕਹਿੰਦੇ 60 ਹੈ। 60 ਨਾਮ ਵਿਦਵਾਨਾਂ ਦੀ ਭਾਸ਼ਾ ਵਿੱਚ ਮੂਰਖ ਦਾ ਹੈ। ਕਹਿੰਦੇ ਜਿਹੜਾ ਬਹੁਤਾ ਬੋਲਦਾ, ਬਿਨਾਂ ਬੁਲਾਏ ਬੋਲੀ ਜਾਂਦਾ ਹੈ, ਉਹਨੂੰ ਕਹਿੰਦੇ ਮੂਰਖ ਜਾਣੋ। ਇਸ ਕਰਕੇ ਮੂਰਖ ਜਿਹੜਾ ਹੈ, ਮੂਰਖਪੁਣਾ ਕਰਨਾ, ਬਹੁਤਾ ਬੋਲਣਾ ਮਾੜਾ। ਪਹਾੜੀਏ ਦੇ ਨਾਲ ਮਿੱਤਰਤਾ ਮਾੜੀ ਹੈ। ਨਾਮ ਨਾ ਸ਼ੋਰੇ ਸ਼ਸਤਰ ਹਿਤਾ, ਸਿੱਖ ਸਮਾਲਾ ਹੋ। ਹਾਂ, ਕਹਿੰਦੇ ਜਿਹੜਾ ਨਾਮ ਨਹੀਂ ਛੱਡਦਾ, ਨਿਤਨੇਮ ਨਹੀਂ ਛੱਡਦਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ 5 ਬਾਣੀਆਂ ਦਾ ਨਿਤਨੇਮ ਹੀ ਹੈ, ਵਾਹਿਗੁਰੂ ਮੰਤਰ ਦਾ, ਗੁਰੂ ਕੇ ਬਖਸ਼ੇ ਮੂਲ ਮੰਤਰ ਦਾ, ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਜਾਪ ਕਰਦਾ ਰਹਿੰਦਾ, ਨਾਮ ਨੂੰ ਛੱਡਦਾ ਨਹੀਂ, ਗੁਰਬਾਣੀ ਪੜ੍ਹਦਾ ਹੈ, ਗੁਰੂ ਤੇ ਸ਼ਰਧਾ ਭਾਵਨਾ ਰੱਖਦਾ, ਤੇ ਸ਼ਾਸਤਰ ਹਿੱਤ, ਜਿਹੜੇ ਸ਼ਾਸਤਰ ਗੁਰੂ ਪਾਤਸ਼ਾਹ ਨੇ ਬਖਸ਼ਿਆ, ਇਹਨਾਂ ਦਾ ਹਿੱਤ ਕਰਦਾ, ਪ੍ਰੇਮ ਕਰਦਾ। ਜੋ ਕਕਾਰ ਸਤਿਗੁਰੂ ਨੇ ਬਖਸ਼ਿਆ ਉਹਨਾਂ ਨੂੰ ਚੰਗੀ ਤਰ੍ਹਾਂ ਸਾਂਭ ਸੰਭਾਲ ਕੇ ਰੱਖਦਾ, ਬੜੇ ਪ੍ਰੇਮ ਦੇ ਨਾਲ ਗੁਰੂ ਕੇ ਕਕਾਰਾਂ ਦਾ ਸਤਿਕਾਰ ਕਰਦਾ, ਸ਼ਾਸਤਰਾਂ ਦਾ ਸਤਿਕਾਰ ਕਰਦਾ ਹੈ। ਕਿਉਂਕਿ ਜਿੱਥੇ ਸਤਿਗੁਰੂ ਨੇ ਨਾਮ ਬਾਣੀ ਗੁਰੂ ਸਾਨੂੰ ਬਖਸ਼ੀ ਹੈ, ਉੱਥੇ ਜਿਹੜੇ ਸ਼ਾਸਤਰ ਹੈ ਇਹ ਵੀ ਸਾਨੂੰ ਪੀਰ ਰੂਪ ਵਿੱਚ ਬਖਸ਼ਿਆ। ਜਿੱਤੇ ਸ਼ਾਸਤਰ ਨਾਮੰ ਨਮਸਕਾਰ ਤਾਮੰ, ਜਿੱਤੇ ਅਸ਼ਤਰ ਭੇਅੰ ਨਮਸਕਾਰ ਤੇਅੰ, ਆਸਕਰ ਪਾਨ ਖੰਡੋ ਖੜਗ, ਤੋਪਕ ਤਬਰ ਅਰ ਤੀਰ, ਸਾਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ। ਸੋ ਗੁਰੂ ਸਮਝ ਕੇ ਗੁਰਬਾਣੀ ਦਾ ਮਾਣ ਸਤਿਕਾਰ ਕਰਨਾ, ਤੇ ਪੀਰ ਸਮਝ ਕੇ ਸ਼ਾਸਤਰਾਂ ਦਾ, ਹਥਿਆਰਾਂ ਦਾ ਸਨਮਾਨ ਗੁਰੂ ਕੇ ਸਿੱਖ ਨੇ ਕਰਨਾ। ਕਹਿੰਦੇ ਐਸਾ ਜਿਹੜਾ ਗੁਰੂ ਕਾ ਸਿੱਖ ਹੈ, ਨਾਮ ਨੂੰ ਨਹੀਂ ਤਿਆਗਦਾ, ਬਾਣੀ ਪੜ੍ਹਦਾ, ਨਾਮ ਜਪਦਾ ਹੈ, ਸ਼ਾਸਤਰਾਂ ਦਾ ਪ੍ਰੇਮ ਕਰਦਾ ਹੈ, ਸਿੱਖ ਸੰਭਾਲਾ ਹੋ। ਕਹਿੰਦੇ ਐਸੇ ਸਿੱਖ ਦੀ ਅਸੀਂ ਖੁਦ ਸੰਭਾਲ ਕਰਦੇ ਹਾਂ, ਐਸੇ ਸਿੱਖ ਦੀ ਖੁਦ ਰਾਖੀ ਕਰਦੇ ਹਾਂ। ਹਾਂ, ਕਹਿੰਦੇ ਇਹ ਗੁਰੂ ਕੇ ਸਿੱਖੋ, ਕਦੇ ਵੀ ਕੋਈ ਹੁਜਤ ਨਾ ਕਰੋ, ਕੋਈ ਤਰਕ ਨਾ ਕਰੋ, ਬਿਨਾਂ ਗੱਲੋਂ ਐਵੇਂ ਜਾ ਕੇ ਟਿੰਡ ਦੇ ਵਿੱਚ ਕਾਨਾ ਨਾ ਪਾਓ, ਕਿਸੇ ਦੀ ਗੱਲ ਦੇ ਵਿੱਚ ਐਵੇਂ ਜਾ ਕੇ ਲੜਾਈ ਪਾ ਲੈਣੀ, ਹੁਜਤਾਂ ਜਾਂ ਕਰੀ ਜਾਣੀਆਂ, ਅਣਕਈਆਂ ਗੱਲਾਂ, ਅਣਹੋਣੀਆਂ ਗੱਲਾਂ ਜਾਂ ਕਰੀ ਜਾਣੀਆਂ, ਜਿਹਦੇ ਨਾਲ ਕੋਈ ਫਸਾਦ ਵਧੇ, ਝਗੜਾ ਵਧੇ। ਕਹਿੰਦੇ ਐਸੀਆਂ ਹੁਜਤਾਂ ਨਹੀਂ ਕਰਨੀਆਂ ਚਾਹੀਦੀਆਂ। ਮਨ ਹਰਾਮੀ ਹੁਜਤਾਂ ਢੇਰ, ਕਿਉਂਕਿ ਮਨ ਸਾਡਾ ਹਰਾਮਪੁਣਾ ਕਰਦਾ ਨਾ, ਇਹ ਬੜੀਆਂ ਹੁਜਤਾਂ, ਬੜੇ ਐਵੇਂ ਆਨੇ ਬਹਾਨੇ ਜੇ ਆਨਾ ਕੰਨੀਆਂ ਜਾਂ ਕਰਦਾ ਗੁਰੂ ਕੇ ਬਚਨ ਮੰਨਣ ਤੋਂ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹੁਜਤੀ ਨਾ ਹੋਵੇ ਗੁਰੂ ਕਾ ਸਿੱਖ, ਹੁਜਤਾਂ ਨਾ ਕਰੇ। ਐਵੇਂ ਗੁਰੂ ਕੀ ਬਾਣੀ ਉੱਤੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਉੱਤੇ, ਸ਼੍ਰੀ ਦਸਮ ਗ੍ਰੰਥ ਦੀ ਬਾਣੀ ਉੱਤੇ, ਗੁਰੂ ਕੇ ਇਤਿਹਾਸਕ ਸਰੋਤਾਂ ਦੇ ਉੱਤੇ ਐਵੇਂ ਬਿਨਾਂ ਗੱਲੋਂ ਤਰਕ ਨਾ ਕਰੀ ਜਾਵੇ, ਹੁਜਤਾਂ ਨਾ ਕਰੇ। ਕਿਉਂਕਿ ਅੱਜ ਬਹੁਤ ਸਾਰੇ ਹੁਜਤੀ ਸਾਡੇ ਪ੍ਰਚਾਰਕ ਵੀ ਪੈਦਾ ਹੋ ਗਏ ਹੈ, ਅਤੇ ਆਮ ਹੀ ਆਪਾਂ ਇੰਟਰਨੈਟ ਦੇ ਉੱਤੇ, ਮੋਬਾਈਲ ਫੋਨਾਂ ਵਿੱਚ ਦੇਖਦੇ ਹਾਂ, ਗੱਲ ਗੱਲ ਦੇ ਉੱਤੇ ਕਿੰਤੂ ਪਰੰਤੂ। ਗੁਰੂ ਸਾਹਿਬ ਜੀ ਨੂੰ ਆਮ ਮਨੁੱਖ ਸਮਝਣ ਲੱਗ ਪੈਂਦੇ ਆ ਲੋਕ ਕਈ ਵਾਰ, ਅਤੇ ਆਮ ਮਨੁੱਖ ਸਮਝ ਕੇ ਨਾ ਆਪਣੇ ਤਲ ਦੇ ਉੱਤੇ ਆਪਣੇ ਵਰਗਾ ਸਮਝ ਕੇ, ਅਤੇ ਗੁਰੂ ਸਾਹਿਬ ਦੇ ਕੌਤਕਾਂ ਦੇ ਉੱਤੇ ਫਿਰ ਤਰਕ ਕਰਦੇ ਆ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਐਸਾ ਮੇਰਾ ਗੁਰਸਿੱਖ ਹੁਜਤੀ ਤਰਕਵਾਦੀ ਨਹੀਂ ਹੋਣਾ ਚਾਹੀਦਾ, ਸ਼ਰਧਾ ਭਾਵਨਾ ਵਾਲਾ ਹੋਣਾ ਚਾਹੀਦਾ, ਗੁਰਬਾਣੀ ਨਾਲ ਪ੍ਰੇਮ ਕਰਨ ਵਾਲਾ, ਸ਼ਾਸਤਰਾਂ ਨਾਲ ਪ੍ਰੇਮ ਕਰਨ ਵਾਲਾ ਹੋਣਾ ਚਾਹੀਦਾ। ਸੋ ਐਸੀ ਤਰਕਬਾਜ਼ੀ ਨੂੰ, ਹੁਜਤਾਂ ਨੂੰ ਤਜੀਏ, ਛੱਡ ਦੇਣਾ ਚਾਹੀਏ। ਔਰ ਮੇਰੀ ਕਰੇ ਨਾ ਸਹੁੰ, ਗੁਰੂ ਕਾ ਸਿੱਖ ਕਦੇ ਵੀ ਮੇਰੀ ਸਹੁੰ ਨਾ ਖਾਵੇ, ਚਾਹੇ ਉਹ ਕਿਸੇ ਗੱਲ ਦੇ ਉੱਤੇ ਸੱਚਾ ਵੀ ਹੋਵੇ। ਸੋ ਗੁਰੂ ਕੀ ਸਹੁੰ, ਗੁਰੂ ਕੀ ਕਸਮ ਨਹੀਂ ਦੇਣੀ ਚਾਹੀਦੀ ਕਦੇ ਵੀ। ਸੋ ਇਸ ਪ੍ਰਕਾਰ ਦੇ ਬਚਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੀਆਂ ਸੰਗਤਾਂ ਨੂੰ ਕੀਤੇ। ਇੱਥੋਂ ਅੱਗੇ ਅਗਲਾ ਪ੍ਰਕਰਨ ਸ਼ੁਰੂ ਹੋ ਜਾਣਾ ਇਸੇ ਅਧਿਆਏ ਵਿੱਚ, ਜਿਹਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਕੇ ਸਮੱਤ ਬਖਸ਼ਿਸ਼ ਕਰਨ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਆਪਾਂ ਅਰਦਾਸ ਦੇ ਵਿੱਚ ਹਾਜ਼ਰੀ ਲਵਾਈਏ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਓ ਮੇਲ।